दुनिया दे विच मुफ्त कुछ भी नहीं है, ना मनुख नूं मनुख बनाउण वाली तालीम ते ना मनुख दी जान बचाउण वाली सेहत दी किसी तरह की कोई सर्जरी जां सेहत दे नाल जुड़ी कोई भी सेहत संभाल दे नाल जुड़ी भी कोई भी समस्या कह लो जां कोई इलाज कह लो। सत श्री अकाल, आदाब, नमस्कार। मैं हाँ प्रवीण शर्मा। तुसीं देख रहे हो CPC TV दा खास प्रोग्राम टीका टिप्पणी। ਅਸੀਂ ਮੁਫਤ ਤੋਂ ਤੇ ਸਹੂਲਤਾਂ ਤੋਂ ਸ਼ੁਰੂਆਤ ਕਿਉਂ ਕੀਤੀ? ਕਿਉਂਕਿ ਅੱਜ ਕੱਲ ਹਰ ਇੱਕ ਸਿਆਸੀ ਪਾਰਟੀ ਦਾ ਇਹੀ ਹੈ ਕਿ ਮੁਫਤ ਦਾ ਐਲਾਨ ਕਰੋ, ਸੱਤਾ ਦੀ ਕੁਰਸੀ ਤੱਕ ਕਿਵੇਂ ਨਾ ਕਿਵੇਂ ਪਹੁੰਚੋ। ਗੱਲ ਕਰਾਂਗੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਸੇ ਤਰ੍ਹਾਂ ਦੀ ਕਿ ਲੋਕਤੰਤਰ ਦੇ ਵਿੱਚ ਅਸਲ ਦੇ ਵਿੱਚ ਲੋਕਤੰਤਰ ਦੀ ਡੈਫੀਨੇਸ਼ਨ ਕੀ ਹੈ। ਲੋਕਤੰਤਰ ਇੱਕ ਪਾਸੇ ਕਲਿਆਣਕਾਰੀ ਰਾਜ ਹੈ, ਦੂਜੇ ਪਾਸੇ ਅਸੀਂ ਮੁਫਤ ਦਾ ਵਿਰੋਧ ਕਿਉਂ ਕਰ ਰਹੇ ਹਾਂ। अहम सवालों को लेकर चर्चा करांगे कि साडी इकोनॉमी इन्ने क पैरां सिर है कि असीं सारा कुछ ही मुफ्त लुटा देंगे। ध्यान दे नाल संजम दे नाल समझण वालियां गल्लां मिंटू जी तो समझण दी कोशिश करदे हां। मिंटू सत श्री अकाल, स्वागत है तुहाडा। शुक्रिया जी सारिਆਂ ਨੂੰ सत श्री अकाल जी। मिंटू जी मैनूं चंगी तरह याद है जिस दिन औरतां वास्ते बस सफर फ्री कीता सी, तुसीं किहा सीगा कि सरकार तो असीं मंग दित्ता हां कि भाई सानूं कोई सहूलत दिओ। ਜਦੋਂ ਸਹੂਲਤ ਦੇ ਦੀ ਫਿਰ ਅਸੀਂ ਕਹਿਣਾ ਕਿ ਬਈ ਇਹ ਤਾਂ ਗਲਤ ਹੋ ਗਿਆ, ਗਲਤ ਕੰਮ ਹੈ, ਜਾਂ ਇੱਕ ਵਰਗ ਨੂੰ ਕਿਉਂ, ਇੱਕ ਵਿਸ਼ੇਸ਼ ਵਰਗ ਨੂੰ ਕਿਉਂ, ਜਾਂ ਇੰਨੇ ਪੈਸੇ ਖਜ਼ਾਨੇ ਤੇ ਬੋਝ। ਕਲਿਆਣਕਾਰੀ ਲੋਕਤੰਤਰ ਦੀ ਅਸਲ ਡੈਫੀਨੇਸ਼ਨ ਕੀ ਮੁਫਤ ਦੇਣਾ ਹੀ ਹੈ? ਮੇਰਾ ਪਹਿਲਾ ਸਵਾਲ ਹੈ। ਨਹੀਂ ਦੇਖੋ, ਕਲਿਆਣਕਾਰੀ ਰਾਜ ਜੇ ਆਪਾਂ ਦੇਖੀਏ ਜੀ ਤਾਂ ਅੱਜ ਦੇ ਦੌਰ ਦੇ ਵਿੱਚ ਹਾਂਜੀ ਜਿਹੜੇ ਤੁਸੀਂ ਫਿਨਲੈਂਡ ਵਰਗੇ, ਨਾਰਵੇ ਵਰਗੇ, ਫਰਾਂਸ ਵਰਗੇ, US ਵਰਗੇ, ਕੈਨੇਡਾ ਵਰਗੇ ਦੇਸ਼ ਦੇਖੋਗੇ ਹਾਂਜੀ ਤਾਂ ਉਹ ਵੀ ਇਸੇ ਤਰਜ਼ ਅਮਲ ਤੇ ਚੱਲਦੇ ਨੇ। ਠੀਕ ਹੈ। ਤਰਜ਼ ਅਮਲ ਕੀ ਹੈ ਕਿ ਤੁਸੀਂ ਟੈਕਸ ਪੇਅਰਸ ਤੋਂ ਪੈਸਾ ਇਕੱਠਾ ਕੀਤਾ ਔਰ ਬਾਅਦ ਦੇ ਵਿੱਚ ਉਹਨਾਂ ਦੇ ਕਲਿਆਣ ਤੇ ਖਰਚ ਕੀਤਾ। ਹਾਂ, ਇਹੀ ਕਲਿਆਣਕਾਰੀ ਰਾਜ ਦੀ ਇੱਕ ਪਰਿਭਾਸ਼ਾ ਹੈ ਜਾਂ ਵਿਆਖਿਆ ਹੈ। ਵਿਆਖਿਆ ਬਿਲਕੁਲ ਸਹੀ ਹੈ। ਸਹੀ। ਇਹਦੇ ਚੋਂ ਮੁਫਤਖੋਰੀ ਨਹੀਂ ਹੈ। ਇਹਦੇ ਚ ਮੁਫਤਖੋਰੀ ਨਹੀਂ, ਕਿਉਂਕਿ ਟੈਕਸ ਪੇਅਰ ਦੇ ਰਿਹਾ ਵਾ ਜੀ। ਟੈਕਸ ਪੇਅਰ ਜਿਹੜਾ ਆ ਉਹ ਪੈਸੇ ਦੇ ਰਿਹਾ ਵਾ। ਹਾਂਜੀ। ਹੁਣ ਗੱਲ ਇਹ ਆ ਕਿ ਕੀ ਉਹਨਾਂ ਪੈਸਾ ਜਮਾ ਹੋ ਰਿਹਾ ਵਾ ਜਿੰਨਾ ਅਸੀਂ ਦੇ ਰਹੇ ਹਾਂ? ਬਿਲਕੁਲ ਸਹੀ। ਇੱਕ ਮਿਸਾਲ ਆ, ਠੀਕ ਹੈ, ਤੁਹਾਡੇ ਘਰ ਗਵਾਂਢੀ ਆਟਾ ਮੰਗਣ ਆ ਗਿਆ ਜੀ। ਆਟਾ ਤੁਸੀਂ ਕਦੋਂ ਦਿਓਗੇ? ਜਦੋਂ ਤੁਹਾਡੀ ਮੱਟੀ 'ਚ ਹੋਇਆ। ਬਿਲਕੁਲ। ਪਹਿਲਾਂ ਤੁਸੀਂ ਮੱਟੀ 'ਚ ਜੋੜੋਗੇ, ਮਤਲਬ ਕਿ ਕਣਕ ਬੀਜੋਗੇ ਜਾਂ ਮੁੱਲ ਲਵੋਗੇ, ਭਿਆਓਗੇ, ਉਸ ਤੋਂ ਬਾਅਦ ਮੱਟੀ 'ਚ ਆਟਾ ਪਾਓਗੇ, ਤਦ ਹੀ ਕਿਸੇ ਨੂੰ ਦੇ ਸਕਦੇ ਆ ਨਾ। ਬਿਲਕੁਲ, ਇਹ ਤਾਂ ਹੈ। ਸਾਡਾ ਮੰਨਣਾ ਇਹ ਨਹੀਂ ਹੋਣਾ ਚਾਹੀਦਾ ਕਿ ਭਾਈ ਕੁਛ ਦਿਓ ਨਾ, ਰਹਿਤ ਨਾ ਦਿਓ। ਠੀਕ ਹੈ, ਰਹਿਤਾਂ ਦਿਓ, ਪਰ ਉਹਦੇ ਵਾਸਤੇ ਜੋ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੱਟੀ 'ਚ ਆਟਾ ਹੋਣਾ ਚਾਹੀਦਾ ਹੈ। ਦੇ ਦਿਓ, ਭਾਵੇਂ ਦੋ ਗੁਆਂਢੀਆਂ ਨੂੰ ਦੇ ਦਿਓ। ਹਾਂਜੀ, ਫਿਰ ਕੋਈ ਦਿੱਕਤ ਨਹੀਂ ਹੈ। ਔਰਤਾਂ ਦੀ ਤੁਸੀਂ ਗੱਲ ਕੀਤੀ ਕਿ ਰਹਿਤ ਦੀ, ਮੈਂ ਉਸ ਦਿਨ ਵੀ ਗੱਲ ਕਹੀ ਸੀਗੀ ਕਿ ਕੋਈ ਸਾਡਾ ਕੀ ਢਿੱਡ ਦੁਖਦਾ ਹੈ। ਸਹੀ। ਜਾਣਾ ਤਾਂ ਸਰਕਾਰ ਦੇ ਖਜ਼ਾਨੇ ਚੋਂ ਹੈ। ਹਾਂਜੀ। ਜੋ ਵੀ ਬੋਝ ਪਏਗਾ, ਹਾਂਜੀ ਬਿਲਕੁਲ, ਜਿਹੜੀ ਜਨਤਕ ਬੱਸ ਸਰਵਿਸ ਹੈ ਉਹਨੇ ਉਹਨਾਂ ਤੋਂ ਭੁਗਤਾਨ ਲੈ ਲੈਣਾ। ਹਾਂ, ਅਸੀਂ ਹੁਣ 3 ਰੁਪਏ ਬਿਜਲੀ ਸਸਤੀ ਹੋਈ ਆ, ਕਰੋ ਖਾ ਵਿਰੋਧ ਕਿ ਨਹੀਂ ਨਹੀਂ ਮਹਿੰਗੀ ਹੋਣ ਦਿਓ ਜੀ। ਨਹੀਂ, ਇਹ ਵੀ ਪੈਸਾ ਸਰਕਾਰੀ ਖਜ਼ਾਨੇ ਚੋਂ ਪਾਵਰਕਾਮ ਨੂੰ ਜਾਣਾ ਵਾ, ਸਬਸਿਡੀ ਦੇ ਰੂਪ ਚ ਕਹਿ ਲਓ, ਜਾਂ ਜੋ ਨੁਕਸਾਨ ਹੈ ਉਹਦੀ ਭਰਪਾਈ ਦੇ ਰੂਪ ਚ। ਤਾਂ ਇਸ ਕਰਕੇ ਇਹ ਜ਼ਰੂਰੀ ਆ। ਹੁਣ ਦੇਖੋ, ਪੰਜਾਬ ਦੇ ਵਿੱਚ ਜੋ ਮੌਜੂਦਾ ਹਾਲਾਤ ਨੇ, ਵਾਅਦੇ ਕੀਤੇ ਜਾ ਰਹੇ ਆ, ਵਾਅਦੇ ਕੀਤੇ ਜਾ ਰਹੇ ਆ, ਪਰ ਰੌਲਾ ਇਹ ਆ ਕਿ ਜਿਹੜੇ ਐਲਾਨ ਕੀਤੇ ਜਾ ਰਹੇ ਨੇ ਉਹਦੇ ਨਾਲ ਇੱਕ ਵਿਜ਼ਨ ਰੱਖਿਆ ਜਾਵੇ ਕਿ ਅਸੀਂ ਮੱਟੀ 'ਚ ਆਟਾ ਕਿੱਥੋਂ ਪਾਵਾਂਗੇ। ਹਾਂ, ਇਹ ਤੇ ਜ਼ਰੂਰੀ ਹੈ। ਵੀ ਤੁਹਾਡੇ ਕੋਲ ਜ਼ਮੀਨ ਹੈਗੀ ਆ ਜਿਹਦੇ 'ਚ ਕਣਕ ਬੀਜੋਗੇ, ਫਿਰ ਕਣਕ ਨੂੰ ਤੁਸੀਂ ਸੰਭਾਲ ਸਕੋਗੇ, ਫਿਰ ਇਮਾਨਦਾਰੀ ਨਾਲ ਕਣਕ ਦੀ ਰਾਖੀ ਕਰਕੇ ਉਹਨੂੰ ਲੈ ਆਉਂਗੇ, ਭੜੋਲੇ ਤੱਕ ਲੈ ਆਉਂਗੇ ਜੀ। ਬਿਲਕੁਲ, ਇਹ ਬੜੇ ਵੱਡੇ ਸਵਾਲ ਨੇ। ਸੋ ਇਸ ਕਰਕੇ ਮੁਫਤ ਦੀ ਵਿਆਖਿਆ ਜਾਂ ਕਲਿਆਣਕਾਰੀ ਰਾਜ ਦੀ ਵਿਆਖਿਆ ਉਹ ਅੱਡੋ ਚਲੋ ਆਪਣੀਆਂ ਧਾਰਨਾਵਾਂ ਹੋ ਸਕਦੀਆਂ, ਪਰਸੈਪਸ਼ਨਸ ਹੋ ਸਕਦੀਆਂ, ਪਰ ਮੇਰਾ ਮੰਨਣਾ ਹੈ ਕਿ ਜੇ ਆਪਾਂ ਪਿੰਡ ਦੇ ਲਿਹਾਜ਼ ਨਾਲ ਵੀ ਦੇਖੀਏ, ਸਾਡੇ ਇੱਥੇ ਇਹ ਤਾਂ ਹੈ ਨਹੀਂ ਸਾਰੇ ITR ਭਰਦੇ ਆ, ਪਰੰਤੂ ਫਿਰ ਵੀ ਬਹੁਤ ਵੱਡਾ ਟੈਕਸ ਜਿਹੜਾ ਪਿੰਡੂ ਲੋਕ ਵੀ ਦਿੰਦੇ ਨੇ। ਸਿੱਧਾ ਜਾਂ ਸਿੱਧਾ? ਹਾਂਜੀ, ਸਿੱਧਾ ਜਾਂ ਸਿੱਧਾ, ਪ੍ਰਤੱਖ ਜਾਂ ਅਪਰਤੱਖ। ਤਾਂ ਕੀ ਉਹਨਾਂ ਨੂੰ ਅਸੀਂ ਕੁਛ ਰਹਿਤਾ ਨਹੀਂ ਦੇ ਸਕਦੇ? ਹੁਣ ਗੱਲ ਬੜੀ, ਮੈਂ ਤੁਹਾਨੂੰ ਇੱਕ ਸਾਦੇ ਤਰੀਕੇ ਨਾਲ ਦੱਸਦਾ ਜੀ, ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਹੋਰ ਸਵਾਲ ਹੋਇਆ ਆਪਾਂ ਉਹਨੂੰ ਵੀ ਲੈ ਲਵਾਂਗੇ। ਬੜੇ ਸਾਦੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਕਿ ਪੰਜਾਬ ਦੀ ਇਕੋਨਮੀ ਇਸ ਵੇਲੇ ਜਿਹੜੀ ਹੈ ਨਾ, ਉਹ ਮੁੱਖ ਚਰਚਾ ਦਾ ਬਿੰਦੂ ਹੋਣਾ ਚਾਹੀਦੀ ਆ। ਅਗਲਾ ਸਵਾਲ ਵੀ ਇਹੀ ਸੀ। ਹਾਂਜੀ, ਐਲਾਨਾਂ ਵਾਸਤੇ ਅਸੀਂ ਕੀ ਬਿਲਕੁਲ ਉਸ ਥਾਂ ਤੇ ਖਲੋਤੇ ਆ ਜੀ
ਜਿੱਥੇ ਅਸੀਂ ਇਹਨਾਂ ਨੂੰ ਅਮਲ ਚ ਲਿਆ ਸਕਦੇ ਹਾਂ। ਸਵਾਲ ਤੁਸੀਂ ਕਰ ਲਓ, ਜੀ, ਕੋਈ ਬਿਲਕੁਲ। ਚੱਕਰ ਨਹੀਂ, ਮੈਂ ਉਹਨੂੰ ਪੂਰਾ ਕਰ ਦਿੰਦਾ। ਮੇਰਾ ਸਵਾਲ ਇਹੀ ਹੈ ਮਿੰਟੂ ਜੀ ਕਿ ਚਲੋ ਠੀਕ ਹੈ, ਚੋਣ ਪ੍ਰਚਾਰ ਵੀ ਆਪਣੀ ਥਾਂ, ਮੈਨੀਫੈਸਟੋ ਵੀ ਬਣਨਗੇ, ਸਾਰਾ ਕੁਝ ਹੋਏਗਾ, ਐਲਾਨ ਵੀ ਹੋ ਰਹੇ ਨੇ। ਡਾਇਜੈਸਟ ਇਸ ਕਰਕੇ ਨਹੀਂ ਹੋ ਰਹੇ ਕਿਉਂਕਿ ਹਜ਼ਾਰਾਂ ਕਰੋੜਾਂ ਰੁਪਈਆਂ ਦਾ ਬਜਟ ਹੈ। ਜਿਹੜੇ ਸਿਆਣੇ ਮਾਹਰ ਨੇ ਦੱਸਦੇ ਨੇ ਕਿ ਇੰਨੇ ਹਜ਼ਾਰ ਕਰੋੜ ਰੁਪਈਆ ਚਾਹੀਦਾ ਜੇਕਰ ਆਹ ਸਹੂਲਤ ਮੁਫਤ ਦੇਵੋਗੇ। ਅਸੀਂ ਕਹਿੰਦੇ ਕਿ ਮੁਫਤ ਮਿਲੇ, ਪਰ ਮੁਫਤ ਦੇਣ ਵਾਸਤੇ ਆਟਾ ਕਿੱਥੋਂ ਲਿਆਵਾਂਗੇ, ਮੱਟੀ ਕਿੱਥੋਂ? ਹਾਂ ਬਿਲਕੁਲ, ਬੇਸਿਕ ਸਵਾਲ ਇੱਥੋਂ ਹੀ ਆਪਾਂ ਸ਼ੁਰੂਆਤ ਕੀਤੀ ਹੈ। ਮੈਂ ਇੱਕ ਤੁਹਾਨੂੰ ਕਹਾਣੀ ਸੁਣਾਉਣਾ ਛੋਟੀ ਜੀ। ਠੀਕ ਹੈ। ਰੋਮਾਂਚ ਵੱਧ ਜਾਂਦਾ ਹੈ ਨਾ ਇਹਨਾਂ ਚੀਜ਼ਾਂ ਦਾ। ਉਹਦਾ ਬੜੀ ਬੋਰਿੰਗ ਕਿਸਮ ਦੀ ਬਹਿਸ ਹੁੰਦੀ ਹੈ। ਇਕਨੋਮੀ ਨੂੰ ਲੈ ਕੇ ਜਦੋਂ ਕਰੋਗੇ ਬਹੁਤ ਬੋਰਿੰਗ ਹੋਏਗੀ। ਹਾਲਾਂਕਿ ਇਹ ਜੁੜੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹੁੰਦੀ ਹੈ। ਆਹੀ ਸਾਡੀ ਕਹਿ ਲੋ ਕਿ ਇੱਕ ਤਰਾਸਦੀ ਹੈ। ਅਸੀਂ ਕੰਮ ਦੀ ਗੱਲ ਨੂੰ ਕੰਮ ਦੀ ਗੱਲ ਸਮਝਦੇ ਹੀ ਨਹੀਂ ਜੀ। ਅਸੀਂ ਕੰਮ ਦੀ ਗੱਲ ਨੂੰ ਕੰਮ ਦੀ ਗੱਲ ਸਮਝਦੇ ਹੀ ਨਹੀਂ ਹੈ ਜੀ। ਗੱਲ ਇਹ ਹੈ ਪ੍ਰਵੀਨ ਜੀ ਕਿ ਇੱਕ ਜੰਗਲ ਦੇ ਵਿੱਚ ਸ਼ੇਰ ਐਲਾਨ ਕਰ ਰਿਹਾ ਸੀਗਾ। ਠੀਕ ਹੈ। ਜੰਗਲ ਦੇ ਵਿੱਚ ਸ਼ੇਰ ਐਲਾਨ ਕਰ ਰਿਹਾ ਸੀ ਭੇਡਾਂ ਨੂੰ ਮੋਹਰੇ ਬਿਠਾ ਕੇ ਕਿ ਭੇਡਾਂ ਰਾਣੀਆਂ ਜਿੰਨੀਆਂ ਵੀ ਹੈ, ਪਰਵਾਹ ਨਾ ਕਰੋ, ਸਿਆਲ ਆ ਰਿਹਾ, ਤੁਹਾਡਾ ਜ਼ੁਕਾਮ ਜ਼ੁਕੂਮ ਆਪਾਂ ਐਤਕੀ ਬੰਦ ਕਰ ਦੇਣਾ। ਠੀਕ ਹੈ। ਉਹਨਾਂ ਕਿਹਾ ਰਾਜਨ ਬਹੁਤ ਵਧੀਆ ਗੱਲ ਹੈ, ਤਾੜੀਆਂ। ਜਿਵੇਂ ਅੱਜ ਕੱਲ ਵੀ ਤੁਹਾਨੂੰ ਪਤਾ ਹੀ ਹੈ ਨਾ, ਮੁੱਦਾ ਕੋਈ ਹੋਰ ਹੁੰਦਾ ਤੇ ਜਕਾਰੇ ਛੱਡੇ ਜਾਂਦੇ ਆ ਤੇ ਲੀਡਰ ਅੱਖਾਂ ਕੱਢਦਾ ਕਿ ਇਹਦੇ ਵਿੱਚ ਜਕਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ। ਉਹ ਤੇ ਬੜਾ ਫੇਮਸ ਹੋ ਗਿਆ ਡਾਇਲੌਗ, ਹੈ ਨਾ ਜੀ। ਸੋ ਗੱਲ ਇਹ ਹੈ ਕਿ ਉੱਥੇ ਵੀ ਨਾਰੇਬਾਜ਼ੀ ਹੋ ਗਈ, ਵਾਹ 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 ਵਾਹ, ਕੀ ਬਾਤ, ਬੱਲੇ ਬੱਲੇ। ਤੇ ਮੇਮਣਾ ਇੱਕ ਬੈਠਾ ਸੀਗਾ, ਠੀਕ ਹੈ, ਮਤਲਬ ਕਿ ਭੇਡ ਦੇ ਨਾਲ, ਆਪਦੀ ਮਾਂ ਦੇ ਨਾਲ। ਉਹਨੇ ਅੰਮਾ ਗੱਲ ਇਹ ਹੈ ਕਿ ਆਪਣੀ ਤੇ ਗਿਣਤੀ ਵਾਹਵਾ ਹੈ, ਹਾਂਜੀ, ਇੰਨੇ ਸਾਰੇ ਕੰਬਲ ਆਉਣਗੇ ਕਿੱਥੋਂ? ਉਹ ਮਾਂ ਬੜੀ ਸਿਆਣੀ ਸੀ, ਨੇ ਕਿਹਾ ਪੁੱਤ ਆਪਣੀ ਉੱਨ ਲੈਣੀ ਆ। ਹਾਂ ਜੀ ਜੀ, ਆਪਣੀ ਹੀ ਉੱਨ ਲੈਣੀ ਆ, ਕੰਬਲ ਜਿੰਨੇ ਮਰਜ਼ੀ ਬਣ ਜਾਣ। ਤਾਂ ਮਸਲਾ ਇਹ ਆ ਕਿ ਅਸੀਂਓ ਹੀ ਦੇਣਾ ਤੇ ਅਸੀਂਓ ਲੈਣਾ ਹੈ। ਸਹੀ ਹੈ, ਅਸੀਂਓ ਦੇਣਾ ਹੈ ਤਾਂ ਅਸੀਂਓ ਲੈਣਾ ਹੈ। ਜੀ ਜੀ। ਪਰ ਕੀ ਸਾਡੇ ਤੋਂ ਲੈਣ ਵਾਲੇ ਤੇ ਸਾਨੂੰ ਇਮਾਨਦਾਰੀ ਨਾਲ ਦੇਣ ਵਾਲੇ ਕਾਬਲੀਅਤ ਨਾਲ ਚੱਲ ਰਹੇ ਨੇ, ਇਮਾਨਦਾਰੀ ਨਾਲ ਚੱਲ ਰਹੇ ਨੇ? ਕੀ ਬਾਤ ਹੈ, ਬਿਲਕੁਲ। ਮੈਂ ਇੱਕ ਮਿਸਾਲ ਦਿੰਦਾ ਤੁਹਾਨੂੰ ਪ੍ਰਵੀਨ ਜੀ। ਪੰਜਾਬ ਦੀ ਇਕਨੋਮੀ ਜਿਹੜੀ ਕਿ ਇਸ ਵੇਲੇ ਨਵਜੋਤ ਸਿੰਘ ਸਿੱਧੂ ਨਾਲ ਮੇਰੇ ਵਖਰੇਵੇਂ ਰਹਿੰਦੇ ਨੇ, ਤੁਹਾਨੂੰ ਪਤਾ? ਹਾਂਜੀ, ਮੈਨੂੰ ਪਤਾ, ਪੋਲੀਟੀਕਲੀ ਜੋ ਉਹਨਾਂ ਦੀਆਂ ਕਾਰਕਰਦੀਆਂ। ਪਰ ਮੈਂ ਇੱਕ ਚੀਜ਼ ਨਾਲ 101% ਸਹਿਮਤ ਹਾਂ, ਜਿਹੜੀ ਉਹ ਗੱਲ ਕਰਦੇ ਕਿ ਇਕਨੋਮੀ, ਪੰਜਾਬ ਦੀ ਇਕਨੋਮੀ ਤੇ ਗੱਲ ਚਰਚਾ ਕਰਦੇ ਆ, ਬਿਲਕੁਲ। ਮੈਨੂੰ ਉਹ ਲੀਡਰ ਬਹੁਤ ਵਧੀਆ ਲੱਗਿਆ ਇਸ ਗੱਲੋਂ ਜੀ। ਹੁਣ ਦੇਖੋ ਗੱਲ ਇਹ ਆ ਕਿ ਇਸ ਮਾਮਲੇ 'ਚ, ਇਕਨੋਮੀ ਦੇ ਮਾਮਲੇ 'ਚ ਤੁਹਾਨੂੰ ਕੁਝ ਫੈਕਟ, ਕੁਝ ਫਿਗਰ ਜਿਹੜੇ ਆ ਨਾ ਇਕੱਠੇ ਕਰਨੇ ਪੈਂਦੇ ਆ। ਮੈਂ ਤੁਹਾਨੂੰ ਪੰਜਾਬ ਦੀ ਇਕਨੋਮੀ ਦਾ ਇਤਿਹਾਸ ਦੱਸ ਦਿੰਦਾ ਥੋੜਾ ਜਿਹਾ। ਠੀਕ ਹੈ। 1981 'ਚ ਅਸੀਂ ਅਵਲ ਸੀ GDP ਪਰ ਕੈਪੀਟਾ 'ਚ। ਦੱਸਿਓ ਆਪਦੇ ਬੱਚਿਆਂ ਨੂੰ। ਜੀ, ਕੀ ਬਾਤ ਹੈ, ਸਾਡਾ ਵੀ ਕੋਈ ਯੋਗ ਸੀ। 1981 'ਚ ਸਿਹਤ ਸੂਤ ਵਾਲੇ ਮਹਿਕਮੇ 'ਚ ਤਾਂ ਅਸੀਂ ਨੰਬਰ 1 ਸੀਗੇ ਹੀ ਸੀਗੇ। ਠੀਕ ਹੈ। GDP ਪਰ ਕੈਪੀਟਾ ਜੀ ਅਸੀਂ ਨੰਬਰ 1 ਸੀ ਦੇਸ਼ ਭਰ ਚੋਂ। 2001 ਅਸੀਂ ਚੌਥੇ ਨੰਬਰ ਤੇ ਸੀ। ਠੀਕ ਹੈ, ਅਸੀਂ ਚੌਥੇ ਤੇ ਆਏ। 2000 ਤੋਂ 2010 ਤੱਕ ਇੱਕ ਡੈਕੇਡ ਜਿਹੜਾ ਇੱਕ ਦਹਾਕਾ ਜੀ, ਅਸੀਂ ਸੈਕੰਡ ਸਲੋਐਸਟ ਇਕਨੋਮੀ ਬਣ ਗਏ। ਉਹ ਅੱਛਾ। ਇਹ ਪੁੱਛਿਓ ਕਿ ਇਸ ਪੀਰੀਅਡ ਦੇ ਦਰਮਿਆਨ ਰਾਜ ਕਿਹਨੇ ਕਿਹਨੇ ਕੀਤਾ? ਦੋਨੀ ਮਹਾਂਪੁਰਸ਼ ਆ ਜਾਂਦੇ। ਮੈਨੂੰ ਨਹੀਂ ਪਤਾ, ਤੁਸੀਂ ਦੇਖਿਓ। ਠੀਕ ਹੈ। ਮੈਂ ਤਾਂ ਮੇਰੀ ਨੌਕਰੀ ਜਿਹੜੀ ਹੈ, ਮੇਰਾ ਫਰਜ਼ ਹੈ ਤੁਹਾਨੂੰ ਜਾਣੂ ਕਰਵਾਉਣਾ। ਤੁਸੀਂ ਨਿਰਣਾ ਤੁਸੀਂ ਕਰਨਾ ਹੈ ਜੀ। ਅਸੀਂ ਸੈਕੰਡ ਲੋਐਸਟ ਕਹਿ ਲੋ ਇਕਨੋਮੀ ਸੀ ਹਾਂਜੀ ਗਰੋਇੰਗ ਦੇ ਮਾਮਲੇ 'ਚ। ਠੀਕ ਹੈ। ਸਿਰਫ ਮਨੀਪੁਰ ਹੀ ਸਾਥੋਂ ਪਿੱਛੇ ਸੀ ਪੂਰੇ ਇੱਕ ਡੈਕੇਡ ਦੇ ਸਫ਼ਰ ਦੇ ਵਿੱਚ ਜੀ। ਕੌਣ ਜ਼ਿੰਮੇਵਾਰ ਆ? ਅੱਛਾ, ਇਸ ਟਾਈਮ ਵੀ ਜੇ ਤੁਸੀਂ ਦੇਖੋਗੇ ਸਾਡੀ ਹਾਲਤ ਕੀ ਆ, ਫਿਰ ਤੁਸੀਂ ਆਪੇ ਨਿਰਣਾ ਕਰ ਲੈਣਾ ਕਿ ਸਾਨੂੰ ਪਹਿਲਾਂ ਕੰਮ ਕਰਨ ਦੀ ਜ਼ਰੂਰਤ ਕਿੱਥੇ ਆ। ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਲਿਆਣਕਾਰੀ ਰਾਜ ਦੇ ਵਿੱਚ ਕਲਿਆਣ ਤਦੇ ਹੀ ਹੋਣੇ ਚਾਹੀਦੇ ਆ ਜਦ ਤੁਸੀਂ ਪਹਿਲਾਂ ਪੈਰਾਂ ਤੇ ਖਲੋ ਜਾਓ। ਜੀ ਜੀ ਬਿਲਕੁਲ। ਪਰ ਪੈਰਾਂ ਤੇ ਤੁਸੀਂ 60 ਸਾਲਾਂ 'ਚ 50 ਸਾਲਾਂ 'ਚ ਕਿਉਂ ਨਹੀਂ ਖਲੋਤੇ? ਉਹਦੀ ਜਵਾਬਦੇਹੀ ਵੀ ਤੇ ਹੋਣੀ ਚਾਹੀਦੀ ਹੈ ਨਾ। ਜੀ ਜੀ। ਕੋਈ ਤੀਜਾ ਤੇ ਆਏ ਨਹੀਂ ਤੁਹਾਡੇ 'ਚ? ਹਾਂਜੀ, ਦੋ ਹੀ ਸੀਗੇ ਨਾ। ਹਾਂ ਬਿਲਕੁਲ। ਇਧਰ ਕੇ ਉਧਰ, ਉਧਰ ਕੇ ਇਧਰ। ਅੱਛਾ, ਹੁਣ ਤੁਸੀਂ ਸਾਡੀ ਜੇ ਇਕਨੋਮੀ ਦੀ ਹਾਲਤ ਦੇਖੋਗੇ, 5 ਸਟੇਟਾਂ 'ਚ ਜਿਹੜਾ ਇਲੈਕਸ਼ਨ, ਮੈਂ ਦੂਰ ਨਹੀਂ ਜਾਂਦਾ, ਇਹਦੀ ਹੋਈ ਗੱਲ ਕਰ ਦਿੰਦਾ, ਤਕਰੀਬਨ ਸਾਰੇ ਹੀ ਸਟੇਟ ਜਿਹੜੇ ਆ ਉਹ ਮਾਈਨਸ ਗਰੋਥ ਰੇਟ 'ਚ ਗਏ ਨੇ। ਠੀਕ ਹੈ। ਕਿਉਂਕਿ ਕੋਵਿਡ ਕਰਕੇ ਜੀ ਅਸੀਂ ਕਹਿ ਲਓ ਕਿ 2.4 ਦੇ ਨਾਲ ਡਿਕਰੀਜ਼ ਕਰ ਗਏ। ਠੀਕ ਹੈ। ਸਾਡੀ ਜਿਹੜੀ GDP ਗਰੋਥ ਰੇਟ ਜੋ ਹੁੰਦੀ ਹੈ, ਹਾਂਜੀ
ਉਹ ਮਤਲਬ ਕਿ -2.4 ਸੀ ਜੀ। ਉਹਨਾਂ 5 ਰਾਜਾਂ ਦੀ ਗੱਲ ਕਰ ਲਈ ਅੱਜ ਦੀ ਤਾਰੀਖ ਦੇ ਵਿੱਚ, ਜਿਹੜਾ ਪਿਛਲਾ ਆਪਣਾ ਸੀਗਾ ਵਿੱਤੀ ਵਰਾ। ਠੀਕ ਹੈ। ਅੱਛਾ, ਅੱਜ ਦੀ ਡੇਟ ਦੇ ਵਿੱਚ ਸਾਡੀ ਜਿਹੜੀ ਟੋਟਲ GSDP ਹੈ, ਯਾਨੀ GDP ਕਹਿ ਲਓ, ਜੋ ਸਾਡੀ ਸਟੇਟ ਦੀ ਹੈ ਟੋਟਲ ਪੈਦਾਵਾਰ, ਉਹ ਤਕਰੀਬਨ ਪ੍ਰਵੀਨ ਜੀ ਹੋ ਜਾਏਗੀ 6 ਲੱਖ ਕਰੋੜ ਦੇ ਕਰੀਬ। ਠੀਕ ਹੈ ਟੋਟਲ ਜੀ 6 ਲੱਖ ਕਰੋੜ ਹੋ ਜਾਏਗੀ 2020 ਦੇ ਦਰਮਿਆਨ। 20 ਕੀ ਤਾਂ ਗਈ ਨਾ, 21-22 ਆ ਗਈ, ਤਕਰੀਬਨ 6 ਲੱਖ ਕਰੋੜ ਮੰਨ ਕੇ ਚਲੋ ਜੀ। 5,71,000 ਕਰੋੜ ਦਾ ਅੰਦਾਜ਼ਾ ਹੈ, ਪਰ ਮੇਰਾ ਮੰਨਣਾ ਉਹ 6 ਲੱਖ ਕਰੋੜ ਤੱਕ ਚਲੇ ਜਾਣੀ ਆ, 6 ਲੱਖ ਕਰੋੜ। ਪਰ ਜੇ ਤੁਸੀਂ ਵੇਖੋਗੇ ਕਰਜ਼ਾ, ਅਸੀਂ ਆਲਮੋਸਟ ਅੱਧ ਖਾਦੀ ਖਲੋਤੇ ਆ ਉਹਦਾ, ਕਿਉਂਕਿ 3 ਲੱਖ ਕਰੋੜ ਕਰਜ਼ਾ ਹੈ। ਜਾਨੀ ਜਿਹੜੀ ਸਾਡੀ GDP ਆ ਉਹਦਾ 50% ਕਰਜ਼ਾ ਹੈ ਸਾਡੇ ਸਿਰ। ਸਮਝ ਗਏ ਜੀ? ਬੜੀ ਆਸਾਨੀ ਨਾਲ, ਮਤਲਬ ਕਿ ਸਿੰਪਲੀਫਾਈ ਕਰਕੇ ਤੁਸੀਂ ਇਸ ਚੀਜ਼ ਨੂੰ ਦੇਖ ਸਕਦੇ ਹੋ। ਇਕਨੋਮੀ ਕੋਈ ਰਾਕਟ ਸਾਇੰਸ ਨਹੀਂ ਹੈ ਜੀ। ਅੱਛਾ, ਅੱਜ ਦੇ ਦੌਰ ਦੇ ਵਿੱਚ ਸਾਡਾ ਜਿਹੜਾ ਬਜਟ ਆ ਉਹ 24,200 ਕਰੋੜ ਦਾ ਘਾਟਾ ਦਿਖਾਉਂਦਾ ਹੈ। ਮਤਲਬ ਕਿ ਉਹ ਵੀ ਦਿਖਾ ਦਿੰਨਾ, ਫਿਸਕਲ ਵੈਸੇ ਤਾਂ ਲੱਖ ਤੇ ਕ੍ਰੋਸ ਕਰ ਗਿਆ ਨਾ, ਫਿਸਕਲ ਡੈਫਿਸਿਟ ਹੁੰਦਾ ਹੈ ਜੀ। ਠੀਕ ਹੈ। ਫਿਸਕਲ ਡੈਫਿਸਿਟ ਦਾ ਮਤਲਬ ਕੀ ਹੈ ਕਿ ਤੁਹਾਡੇ ਕੋਲ ਪ੍ਰਾਪਤੀਆਂ ਕੀ ਨੇ ਤੇ ਤੁਹਾਡੇ ਖਰਚ ਕੀ ਨੇ, ਉਹਦੇ ਵਿੱਚ ਇੰਨਾ ਖੱਪਾ ਆ ਗਿਆ। ਉਹ ਅੱਛਾ, ਇੱਕ ਸਾਲ ਦਾ ਸਾਡਾ ਡੈਫਿਸਿਟ 24,000 ਕਰੋੜ, 24,200 ਕਰੋੜ ਦਾ ਇਹਨਾਂ ਦਾ ਬਜਟ ਕਹਿੰਦਾ। ਵੈਸੇ ਤਾਂ ਵੱਧ ਜਾਣਾ ਉਹ, ਠੀਕ ਹੈ, ਕਿਉਂਕਿ ਇਲੈਕਸ਼ਨ ਵਾਰਾ ਹੈ ਨਾ। ਹਾਂਜੀ, ਇਹ ਬੋਰੋ ਕਰਨਗੇ ਵੱਧ ਤੋਂ ਵੱਧ, ਬਜਟ ਇੱਧਰ ਉੱਧਰ ਹਿੱਲੇਗਾ, ਵੱਧ ਜਾਣਾ ਉਹ ਜੀ। ਅੱਛਾ, ਟੋਟਲ ਮੈਂ ਕੈਲਾਸ਼ਨਾਥ ਜੀ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਮੀਡੀਆ ਦੇ ਵਿੱਚ ਨੇ, ਇਕਨੋਮੀ ਤੇ ਅੱਛੀ ਪਕੜ ਹੈ, ਕਈ ਪੱਤਰਕਾਰਾਂ ਦੀ ਇਕਨੋਮੀ ਤੇ ਬਹੁਤ ਅੱਛੀ ਪਕੜ ਹੁੰਦੀ ਹੈ। ਉਹਨਾਂ ਨੇ ਜਿਹੜੇ ਪਿਛਲਾ ਡਾਟਾ ਦਿੱਤਾ ਵਾ, ਉਹ ਕਹਿੰਦੇ ਕਿ ਕੁੱਲ ਮਿਲਾ ਕੇ ਪ੍ਰਾਪਤੀਆਂ ਜਿਹੜੀਆਂ ਹੋਈਆਂ ਪਿਛਲੇ ਵਰੇ ਦੀਆਂ 72,000 ਕਰੋੜ ਰੁਪਏ ਸੀ। ਠੀਕ ਹੈ, ਮਾਲੀਆ ਪ੍ਰਾਪਤੀ। ਖਰਚ ਪੰਜਾਬ ਦਾ ਆ ਦੇਖ ਲਓ, ਵਿਆਜ ਦਾ, ਜਿਹੜਾ ਕਰਜ਼ੇ ਦੀ ਵਿਆਜ ਆ, ਮਤਲਬ ਕਿ ਭਾਰਤ ਦੇ ਵਿੱਚੋਂ ਇੱਕ ਲੌਤਾ ਸੂਬਾ ਪੰਜਾਬ ਆ ਜਿਹੜਾ ਆਪਣੀ GDP ਦੀ 50% ਕਰਜ਼ੇ ਦੀ ਰਕਮ ਜਿਹੜੀ ਆ ਆਪਣੇ ਸਿਰ ਤੇ ਚੜਾਈ ਬੈਠਾ। ਇੱਕੋ ਇੱਕ ਸੂਬਾ ਵਾਹਿਦ ਵਾਹਿਦ ਸੂਬਾ ਹੈ। ਅੱਛਾ, ਇਹਦੀ ਹਾਲਤ ਕੀ ਆ ਕਿ 20,300 ਕਰੋੜ ਰੁਪਈਆ ਵਿਆਜ ਦਾ ਹੀ ਜਾਂਦਾ ਹੈ ਇੱਕ ਸਾਲ ਦਾ। ਮਹੀਨੇ ਦਾ ਲਾ ਲਓ ਕਿੰਨਾ ਹੋ ਗਿਆ, ਇਹਨੂੰ ਵੰਡ ਲਓ ਜੀ, 12 ਦੇ ਹਿਸਾਬ ਨਾਲ 1500 ਕਰੋੜ ਹੋ ਗਿਆ ਨਾ, ਇੱਕ ਮਹੀਨੇ ਦਾ ਹੋ ਗਿਆ। ਫਿਰ ਜੋ ਸਾਡੇ ਮੁਲਾਜ਼ਮ ਨੇ, ਉਹਨਾਂ ਨੇ ਆਪਦੀ ਮੁਲਾਜ਼ਮਤ ਲੈਣੀ ਆ, ਬਿਲਕੁਲ, ਉਹ ਤਨਖਾਹਾਂ, ਪੱਤੇ ਜਾਂ ਜਿਹੜੀਆਂ ਪੈਨਸ਼ਨਾਂ ਜਾਂਦੀਆਂ ਜੀ, ਪਾਵਰ ਸਬਸਿਡੀ ਜਾਂਦੀ ਆ, ਕੁੱਲ ਮਿਲਾ ਕੇ 70,000 ਕਰੋੜ ਰੁਪਈਆ ਖਰਚਾ ਉਸ ਰਿਪੋਰਟ ਦੇ ਅਨੁਸਾਰ। ਬਚਿਆ ਕੀ ਸਾਡੇ ਕੋਲ 2,000 ਕਰੋੜ ਰੁਪਈਆ, ਤੇ ਦੇਣਾ ਸੀ ਕਿੰਨਾ ਕਲਿਆਣ ਦੇ ਵਿੱਚ? ਕਲਿਆਣ ਤੇ ਅਸੀਂ ਅੱਜ ਕੱਲ ਚੋਖਾ ਹੀ ਕਰਨਾ ਹੈ ਨਾ, ਬਹੁਤ ਕਰ ਰਹੇ ਹਾਂ, ਤੇ ਫਿਰ ਉਹ ਬੋਰੋ ਕਰੋ, ਹੋਰ ਬੋਰੋ ਕਰੋ। ਹਾਂਜੀ, ਕੈਗ ਨੇ ਤਾਂ ਹੀ ਤਾਂ ਕਿਹਾ ਸੀਗਾ ਨਾ ਕਿ 24-25 ਤੱਕ ਤੇ ਇਹਨਾਂ ਦਾ ਕਰਜ਼ਾ ਤਕਰੀਬਨ 3.25 ਲੱਖ ਕਰੋੜ ਹੋ ਜਾਣਾ। ਉਹ ਅੱਛਾ, ਆ ਮਨਪ੍ਰੀਤ ਸਿੰਘ ਬਾਦਲ 1 ਲੱਖ ਕਰੋੜ ਰੁਪਈਆ ਵਧਾ ਕੇ ਜਾਣਗੇ ਕਰਜ਼ੇ ਦਾ। ਠੀਕ ਹੈ, ਅਕਾਲੀਆਂ ਦੇ ਨਾਲੋਂ 1 ਲੱਖ ਕਰੋੜ ਰੁਪਈਆ ਇਜ਼ਾਫਾ ਕਰਕੇ ਜਾਣਗੇ। ਇਹਨਾਂ ਦੀ ਭਾਸ਼ਾ ਚ ਕਹਿੰਦਾ, ਇਹ ਵਾਵਾ ਸ਼ਬਦ ਇਦਾਂ ਦੇ ਬੋਲਦੇ ਉਰਦੂ ਦੇ, ਇਜ਼ਾਫਾ ਕਰਕੇ ਜਾਣਗੇ। ਹੁਣ ਜੇ ਤੁਸੀਂ ਦੇਖੋ ਪੰਜਾਬ ਦੀ ਜਿਸ ਤਰ੍ਹਾਂ ਦੀ ਹਾਲਤ ਬਣੀ ਪਈ ਆ, ਅਸੀਂ ਇਹ ਨਹੀਂ ਕਹਿੰਦੇ ਕਿ ਯਾਰ ਤੁਸੀਂ ਨਾ ਦਿਓ। ਮੈਂ ਇਸ ਹੱਕ ਦੇ ਵਿੱਚ ਆ ਕਿ ਛੋਟੇ ਤਬਕੇ ਨੂੰ ਜਾਂ ਮਿਡਲ ਕਲਾਸ ਨੂੰ, ਸਾਰਿਆਂ ਨੂੰ ਦੇਣਾ ਚਾਹੀਦਾ, ਕਿਉਂਕਿ ਉਹ ਇਸ ਦੇਸ਼ ਦਾ ਐਸੈਟ ਨੇ। ਬਿਲਕੁਲ ਨਹੀਂ, ਪਰ ਰੌਲਾ ਕੀ ਹੈ ਕਿ ਹੁਣ ਤੁਸੀਂ ਦੇਖੋ ਕਿ ਆ ਤਾਂ ਮੌਜੂਦਾ ਹਾਲਤ ਹੈ ਪੰਜਾਬ ਦੀ ਇਸ ਟਾਈਮ। ਜੇ ਅਸੀਂ GDP ਪਰ ਕੈਪਟਾ ਦੇਖਦੇ ਹਾਂ, ਮੇਰੇ ਖਿਆਲ ਦੇ ਨਾਲ ਆਪਾਂ ਜੇ ਰੈਂਕ ਚੈੱਕ ਕਰੀਏ, ਕੋਈ ਲੰਬੀ ਚੌੜੀ ਗੱਲ ਨਹੀਂ, ਹੁਣੇ ਕਰ ਲੈਂਦੇ ਆਪਾਂ 1 ਮਿੰਟ ਦੇ ਵਿੱਚ। GDP ਪਰ ਕੈਪਟਾ ਜਿਹੜੀ ਸਾਡੀ ਰੈਂਕਿੰਗ ਹੈ ਇੰਡੀਆ ਦੇ ਵਿੱਚ, ਜੇ ਤੁਸੀਂ ਦੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਉਹ ਬਹੁਤ ਹੇਠਾਂ ਹੈ, 16ਵੇਂ ਨੰਬਰ ਦੀ ਹੈ। ਉਹ ਅੱਛਾ, 16ਵੇਂ ਨੰਬਰ ਦੀ ਹੈ GDP ਰੈਂਕ ਜਿਹੜਾ ਹੈ। GDP ਪਰ ਕੈਪਟਾ ਮੈਂ ਜਿਵੇਂ ਕਿਹਾ, ਔਰ ਤੁਸੀਂ ਦੇਖੋ ਪਰ ਕੈਪਟਾ ਦੀ ਵੀ ਇੱਕ ਦੇਖੋ ਬਹੁਤ ਗੱਲਾਂ ਨਿਕਲ ਆਉਂਦੀਆਂ ਨੇ ਨਾਲ ਦੀ ਨਾਲ ਹੀ। ਆ ਇੱਕ ਨੀਤੀ ਆਯੋਗ ਨੇ ਪਿੱਛੇ ਜੇ ਦਾ ਇਕਨੋਮਿਕ ਐਂਡ ਸੋਸ਼ਲ ਇੰਡੀਕੇਟਰਸ ਜਾਰੀ ਕੀਤਾ ਸੀਗਾ ਸਟੇਟਾਂ ਬਾਰੇ। ਠੀਕ ਹੈ, 1 ਸਾਲ ਦੀ ਗੱਲ ਹੈ, ਲਗਭਗ 1 ਸਾਲ ਪਹਿਲਾਂ। ਤਾਂ ਉਹਨਾਂ ਨੇ ਪੰਜਾਬ ਦੀ ਜਿਹੜੀ ਪਰ ਕੈਪਟਾ ਇਨਕਮ, ਮਤਲਬ ਕਿ ਜੋ ਸਾਡੀ ਇਨਕਮ ਆ, ਉਹਨੂੰ ਡਿਵਾਈਡ ਕਰ ਦਿੱਤਾ ਇੱਕ ਬੰਦੇ ਦੇ ਅਨੁਸਾਰ ਕਿ ਪ੍ਰਤੀ ਬੰਦਾ ਕਿੰਨੀ ਕਮਾਈ ਕਰ ਰਿਹਾ। ਤਾਂ ਸਾਡੀ ਪਤਾ ਕਿੰਨੀ ਬਣੀ ਸੀ? 1,15,000 ਸਾਲਾਨਾ। ਠੀਕ ਹੈ,
ਔਰ ਕਮਾਲ ਦੀ ਗੱਲ ਹੈ ਕਿ ਕੌਮੀ ਪਰ ਕੈਪਟਾ ਇਨਕਮ 1,16,067 ਰੁਪਏ ਨਿਕਲੀ। ਮਤਲਬ ਕਿ ਕੌਮੀ, ਹਾਂਜੀ ਕੌਮੀ ਪਰ ਕੈਪਟਾ ਇਨਕਮ ਤੋਂ ਵੀ ਡਿੱਗੇ ਪਏ ਆ ਜੀ। ਜਦ ਕਿ ਹਰਿਆਣੇ ਦੀ ਚੈੱਕ ਕਰ ਲਓ, ਮੇਰੇ ਖਿਆਲ ਦੇ ਨਾਲ ਆਲਮੋਸਟ ਸਾਡੇ ਤੋਂ ਤਕਰੀਬਨ 1 ਲੱਖ ਜ਼ਿਆਦਾ ਹੋਏਗੀ, ਮੇਰਾ ਅੰਦਾਜ਼ਾ ਹੈ। ਹਾਂਜੀ, ਤੁਸੀਂ ਇੱਕ ਦਿਨ ਆਪਾਂ ਕੰਪੇਅਰ ਕੀਤਾ ਸੀ ਪੰਜਾਬ ਤੇ ਹਰਿਆਣੇ ਨੂੰ। ਉਹ ਬਹੁਤ ਫਾਸਟਲੀ ਗਰੋ ਕਰ ਰਹੇ ਨੇ ਹਰ ਇੱਕ ਮਾਮਲੇ 'ਚ। ਅੱਛਾ, ਇਹ ਹੋਇਆ ਕਿਵੇਂ? ਮੈਂ ਤੁਹਾਨੂੰ ਇੱਕ ਸਧਾਰਨ ਗੱਲ ਦੱਸਦਾ ਜੀ। ਅੰਕੜੇ ਜਿਹੜੇ ਹੁੰਦੇ ਨਾ ਬਹੁਤ ਕੁਝ ਪ੍ਰਵੀਨ ਜੀ ਸਾਫ਼ ਕਰ ਦਿੰਦੇ ਨੇ ਕਿ ਇਹਨਾਂ ਦੀ ਨੀਅਤ ਕਿਵੇਂ ਆ। ਹੁਣ ਆਪਾਂ ਅੱਗੇ ਵੀ ਚੱਲਾਂਗੇ ਕਿ ਦੇਣਾ ਕਿੱਥੋਂ ਆ ਜਾਂ ਐਲਾਨ ਕਿੱਥੋਂ। ਮੈਂ ਗੱਲ ਜਿਹੜੀ ਕਰ ਰਿਹਾ ਸੀਗਾ ਕਿ ਕਲਿਆਣ ਕਰੋ ਭਾਈ ਲੋਕਾਂ ਦਾ, ਦੇਵੋ, ਪਰ ਤੁਹਾਡੀ ਜ਼ਿੰਮੇਵਾਰੀ ਆ ਕਿ ਦੇਣ ਜੋਗਾ ਪਹਿਲਾਂ ਜਮਾ ਕਰੋ। ਐ ਤੇ ਮਾਇਆਵਤੀ ਨੇ ਜੈ ਲਲਿਤਾ ਨੇ ਕਿਹਾ ਸੀਗਾ ਕਿ 8 ਗ੍ਰਾਮ ਸੋਨਾ ਦੇਵਾਂਗੀ ਮੈਂ ਕੁੜੀਆਂ ਦੇ ਵਿਆਹਾਂ ਤੇ। ਸਾਰੇ ਹੀ ਦਿੰਦੇ ਨੇ ਅੱਜ ਕੱਲ, ਲੋਲੀਪੌਪ ਸਾਰੇ ਹੀ ਦਿੰਦੇ, ਜਿਵੇਂ ਨਵਜੋਤ ਸਿੱਧੂ ਕਹਿੰਦਾ। ਅੱਛਾ, ਦੇਣੇ ਤਾਂ ਹੀ ਆ ਨਾ ਜੇ ਤੁਹਾਡੇ ਕੋਲ ਆ। ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਆ, ਪਿਓ ਦੀ ਪੱਗ ਵੇਚ ਕੇ ਨਹੀਂ ਘਿਓ ਖਾਈਦੇ। ਹਾਂਜੀ, ਮਤਲਬ ਕਿ ਗੱਲ ਇਹ ਆ ਕਿ ਹਿੰਦੀ 'ਚ ਜਿੱਦਾਂ ਕਹਿ ਲਈਏ, ਉਹਨੂੰ ਮੈਂ ਐਕਸਪਲੇਨ ਕਰ ਦੇਣਾ ਕਿ ਜੋ ਕਰਜ਼ ਲੇਕਰ ਘੀ ਨਹੀਂ ਖਾਤੇ, ਠੀਕ ਹੈ, ਕਰਜ਼ਾ ਲੈ ਕੇ ਘਿਓ ਨਹੀਂ ਖਾਈਦਾ, ਜਾਂ ਪਿਓ ਦੀ ਪੱਗ ਵੇਚ ਕੇ ਘਿਓ ਨਹੀਂ ਖਾਈਦਾ। ਅਸੀਂ ਇਹੋ ਕਰ ਰਹੇ ਹਾਂ, ਪੰਜਾਬ ਦੀ ਪੱਗ ਵੇਚ ਰਹੇ ਹਾਂ ਕਿ ਅਸੀਂ ਜਾਣੇ ਆ ਠੂਠਾ ਫੜ ਕੇ ਦਿਓ ਕਰਜ਼ਾ, ਆਪ ਜਦ ਕਿ ਅਸੀਂ ਬੇਈਮਾਨ ਆ ਜੀ, ਸਾਡੀ ਲੀਡਰਸ਼ਿਪ ਕਰਪਟ ਆ। ਮੈਂ ਇੱਕ ਮਿਸਾਲ ਦੇਣਾ ਤੁਹਾਨੂੰ ਪ੍ਰਵੀਨ ਜੀ। GST ਲਾਗੂ ਹੋਈ ਆ 2017 ਚ, ਹਾਂਜੀ ਸ਼ਾਇਦ 17-18 ਚ, ਹਨਾ। ਚਲੋ, ਜਿਸ ਟਾਈਮ GST ਲਾਗੂ ਹੋਈ ਆ, ਨੋਟਬੰਦੀ 16 ਚ ਹੋਈ ਸੀ, GST 17 ਚ ਹੋਈ ਆ। ਹਾਂਜੀ, ਉਸ ਟਾਈਮ ਸਾਡੀ ਜਿਹੜੀ ਵੈਟ ਦੀ ਕਲੈਕਸ਼ਨ ਸੀ ਤਕਰੀਬਨ 13,000, ਮਤਲਬ 14,000 ਕਰੋੜ ਸੀ। ਠੀਕ ਹੈ, ਜੋ ਸਾਡੀ ਸਟੇਟ ਦੇ ਹਿੱਸੇ ਆਉਂਦਾ ਸੀ। ਹਾਂਜੀ, ਸੁਣਿਓ ਗੱਲ ਜੀ, ਹਰਿਆਣੇ ਦੀ ਵੀ ਸਿਮਿਲਰ ਹੀ ਸੀ। ਠੀਕ ਹੈ, ਅੱਜ GST ਲਾਗੂ ਹੋਣ ਤੋਂ ਬਾਅਦ ਉਹਨਾਂ ਦੀ GST ਕਲੈਕਸ਼ਨ ਜਿਹੜੀ ਹੈ ਜੀ ਆਲਮੋਸਟ 52,000 ਕਰੋੜ ਹੈ। ਔਰ ਤੁਹਾਡੀ ਪਤਾ ਕਿੰਨੀ ਹੈ? ਉਹ ਅੱਛਾ, 16-17,000 ਕਰੋੜ ਜੀ। 16-17,000 ਕਰੋੜ ਉਹ ਕਪੜਾ ਹੈ, ਉਹ ਕਪਲਾ ਹੈ, ਬਿਲਕੁਲ ਸਿੱਧਾ ਕਪਲਾ ਹੋ ਰਿਹਾ ਵਾ ਬੋਗਸ ਬਿਲਿੰਗ ਦੇ ਜ਼ਰੀਏ ਜੀ। ਹਰਿਆਣੇ ਵਾਲੇ ਕਿੱਥੇ ਚਲ ਗਏ? ਸਾਡੇ ਇੱਥੇ ਫੜੇ ਗਏ ਨੇ ਬਹੁਤ ਵੱਡੇ ਵੱਡੇ ਕਪਲੇ, GST ਦੇ ਕਪਲੇ। ਮਤਲਬ ਕਿ ਇਹ ਨਹੀਂ ਹੈ ਕਿ ਅਸੀਂ ਵੱਧ ਨਹੀਂ ਰਹੇ, ਅਸੀਂ ਵੱਧ ਰਹੇ ਹਾਂ, ਪਰ ਅਸੀਂ ਚੋਰੀ ਚ ਸਾਰਾ ਕੁਝ ਗਵਾ ਰਹੇ ਹਾਂ। ਅਸੀਂ ਤੇ ਲੈਂਡ ਮਾਫੀਆ, ਸੈਂਡ ਮਾਫੀਆ ਗਿਣ ਰਹੇ ਹਾਂ। ਤੁਹਾਨੂੰ ਆਹ ਗਿਣ ਕੇ ਦੱਸ ਦੇਣਾ ਕਿ ਤਕਰੀਬਨ 80,000 ਕਰੋੜ ਦਾ ਕਪਲਾ ਨਜ਼ਰ ਆਉਂਦਾ। ਉਹ ਅੱਛਾ, ਕਿਉਂਕਿ ਦੂਜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨਾ ਜੀ। ਸਟੀਲ ਦਾ ਟਨ ਉਦੋਂ ਲਾ ਲਓ ਕਿ ਜਿਹੜਾ ਸੀਗਾ 40,000 ਦਾ, ਉਹ ਅੱਜ 60,000 ਦਾ ਹੈ। GST ਕਲੈਕਸ਼ਨ ਤਾਂ ਵਧਣੀ ਚਾਹੀਦੀ ਯਾਰ, ਵਧਣੀ ਚਾਹੀਦੀ ਸੀ, ਬਿਲਕੁਲ ਵਧਣੀ ਚਾਹੀਦੀ ਸੀ। ਸਾਡੀ ਉੱਥੇ ਕਿਵੇਂ ਖੜੀ ਰਹਿ ਗਈ? ਇਹਦਾ ਮਤਲਬ ਕਿ ਕਪਲਾ ਹੈ ਜੀ, ਜਿਹੜੇ ਇੱਥੋਂ ਕਪਲੇ ਨਿਕਲੇ ਆ ਉਹ ਜਾਇਜ਼ ਸੀਗੇ, ਜਿਹੜੇ ਨਾਰਮਲ ਕੈਲਕੂਲੇਸ਼ਨ ਦੇ ਹਿਸਾਬ ਨਾਲ ਡੇਢੀ ਹੋ ਜਾਂਦੀ। ਮੈਂ ਇਹਦਾ ਇੱਕ ਹੋਰ ਉਦਾਹਰਣ ਦੇ ਦਿੰਦਾ ਤੁਹਾਨੂੰ। ਆ ਪਿਛਲੇ ਦਿਨੀ ਇੱਕ ਤੁਸੀਂ ਖਬਰ ਸ਼ਾਇਦ ਨਹੀਂ ਸੁਣੀ ਹੋਣੀ, GST ਜਿਹੜੇ ਨਾਕੇ ਲੱਗਦੇ ਆ ਨਾ ਟੀਮਾਂ ਦੇ, ਠੀਕ ਹੈ, ਉਹਨਾਂ ਨੇ ਕਿਤੇ ਵਰਕਸ਼ਾਪ ਤੇ ਗੱਡੀ ਘੱਲੀ। ਪੰਜਾਬ 'ਚ ਦੇਖੋ ਕੀ ਚੱਲ ਰਿਹਾ, ਧਿਆਨ ਦਿਆ ਜੇ ਜੀ, ਧਿਆਨ ਦੇਣਾ ਜ਼ਰਾ, ਠੀਕ, ਜਿਵੇਂ ਟਿਕਟੌਕ ਦੀਆਂ ਵੀਡੀਓ ਤੇ ਦਿੰਦੇ ਹੋ। GST ਜਿਹੜੀ ਨਾਕੇਬੰਦੀ ਕਰਨ ਵਾਲੀ ਟੀਮ ਸੀਗੀ, ਉਹਦੀ ਗੱਡੀ ਖਰਾਬ ਹੋ ਗਈ, ਵਰਕਸ਼ਾਪ 'ਚ ਘੱਲੀ ਉਹਨਾਂ। ਉਹ ਜਦੋਂ ਮਿਸਤਰੀ ਕੋਈ ਸਿਆਣਾ ਸੀ ਨੇ ਹੱਥ ਪੱਲਾ ਮਾਰਿਆ, ਉਹਨੇ ਕਿਹਾ ਕੀ ਆ, ਪੁਰਜਾ ਲੱਗਾ ਹੋਇਆ ਸੀ, ਉਹ GPS ਸੀਗਾ, ਸਿਮ ਐਕਟੀਵੇਟ। ਠੀਕ ਹੈ, ਮਤਲਬ ਕਿ ਕਿੱਥੇ ਨਾਕਾ ਲੱਗ ਰਿਹਾ ਹੈ, ਮਾਫੀਆ ਜਿਹੜਾ ਉਹ ਨਾਲ ਦੀ ਨਾਲ ਜਾਣਕਾਰੀ ਹਾਸਲ ਕਰ ਰਿਹਾ ਹੈ। ਅਸੀਂ ਲੈਂਡ ਮਾਫੀਆ, ਸੈਂਡ ਮਾਫੀਆ, ਆ ਕੀ ਆ? ਹਾਂ, ਇਹ ਕੀ ਚੱਲਣ ਡਿਆ? GST ਮਾਫੀਆ ਤਾਂ ਭੁੱਲ ਹੀ ਬੈਠੇ। ਇਹ ਸਾਡੀਆਂ ਪਤਾ ਨਹੀਂ ਕਿਉਂ ਇੱਧਰ ਅੱਖਾਂ ਨਹੀਂ ਖੁੱਲਦੀਆਂ। ਸੋ ਸਾਡੀ ਹਾਲਤ ਬੜੀ ਖਰਾਬ ਹੈ ਪ੍ਰਵੀਨ ਜੀ। ਅੱਜ ਵੀ ਜੇ ਤੁਸੀਂ ਦੇਖੋਗੇ ਜਿਹੜਾ ਹੈਗਾ ਨਾ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਨੋਮੀ, ਹਾਂਜੀ ਹਾਂਜੀ, ਉਹਦੀ ਜਾ ਕੇ ਵੈਬਸਾਈਟ ਚੈੱਕ ਕੀਤੀ ਤਾਂ ਇਸ ਟਾਈਮ ਸਾਡੀ ਜਿਹੜੀ ਅਨਇੰਪਲੋਇਮੈਂਟ ਰੇਸ਼ੋ ਆ, ਜਿਹੜੀ ਦਰ ਆ, ਉਹ 11.4 ਹੈ ਪੰਜਾਬ ਦੀ। ਠੀਕ ਹੈ, 11.4। ਇਹਨਾਂ ਦੇ ਬਜਟ ਦੇ ਡਾਕੂਮੈਂਟ ਅਨੁਸਾਰ 7.4 ਸੀ ਜੀ, ਜਿਹੜਾ ਬਜਟ ਆਪਣਾ ਪਿਛਲਾ ਪੇਸ਼ ਕੀਤਾ ਜਿਹੜਾ, ਹਾਂਜੀ, ਯਾਨੀ 11.4। ਓਕੇ, ਹੁਣ ਗੱਲ ਇਹ ਆ ਕਿ ਇਸ ਹਾਲਤ ਦੇ ਵਿੱਚ ਜਦੋਂ ਮੈਂ ਤੁਹਾਨੂੰ ਸਾਰਾ ਕੁਝ ਖੋਲ ਕੇ ਦੱਸ ਦਿੱਤਾ ਹੈ ਕਿ ਇਹ ਐਲਾਨ ਤੇ ਕੀਤੇ ਜਾ ਰਹੇ, ਠੀਕ ਹੈ, ਚਲੋ ਕਰ ਲਏ ਤੁਸੀਂ ਐਲਾਨ ਜੀ, ਤੁਸੀਂ ਇਹ ਤੇ ਦੱਸੋ ਨਾ ਕਿ ਪੈਸਾ ਕਿੱਥੋਂ ਲਿਆਓਗੇ। ਹੁਣ ਕੇਜਰੀਵਾਲ ਸਾਹਿਬ ਨੂੰ ਪੁੱਛਿਆ, ਉਹ ਕਹਿੰਦਾ ਜੀ ਇੱਕ ਤੇ ਹੈਗਾ ਕੇਬਲ ਮਾਫੀਆ, ਇੱਕ ਹੈਗਾ ਰੇਤ ਮਾਫੀਆ, ਇੱਕ ਸੱਜੇ ਬੈਠਾ ਸੀ ਚੰਨੀ ਸਾਹਿਬ ਦੇ, ਇੱਕ ਖੱਬੇ ਬੈਠਾ।
ਜੀ ਉਹਦੇ ਤੋਂ ਕਿੰਨੀ ਭਰਪਾਈ ਕਰ ਲਓਗੇ? 10,000 ਕਰੋੜ ਦੀ। ਹਾਂ 10,000 ਕਰੋੜ ਦੀ ਕਰ ਲਓਗੇ ਵੱਧ ਤੋਂ ਵੱਧ। ਇੱਕ ਤੋਂ ਜੀ ਸੈਂਡ ਮਾਫੀਆ ਬੰਦ ਕਰ ਦੋਗੇ ਤੁਸੀਂ। ਠੀਕ ਹੈ। ਪਹਿਲੀ ਗੱਲ ਤੇ ਚੰਨੀ ਸਾਹਿਬ ਕਹਿੰਦੇ ਮੈਂ ਹੀ ਕਰਤਾ। ਹਾਂਜੀ ਹਾਂਜੀ ਹੁਣ ਕਹਿੰਦੇ ਪਤਾ ਨਹੀਂ ਕੀਤਾ ਹੈ ਕਿ ਨਹੀਂ ਕੀਤਾ, ਉਹ ਤਾਂ ਸਮਾਂ ਹੀ ਦੱਸੂਗਾ। ਮੰਨ ਲਓ 10,000 ਕਰੋੜ ਰੁਪਈਆ ਉੱਥੋਂ ਆ ਜਾਏਗਾ। ਠੀਕ ਹੈ। ਪਰ ਤੁਸੀਂ ਇੱਕੋ ਝਟਕੇ 'ਚ ਐਲਾਨ ਕਰ ਦਿੰਦੇ ਹੋ ਕਿ ਬੀਬੀਆਂ ਨੂੰ ਅਸੀਂ 1000 ਰੁਪਈਆ ਪਾਵਾਂਗੇ ਖਾਤੇ 'ਚ। ਜੀ ਉਹਦੀ ਟੋਟਲ ਜੇ ਲਾਗਤ ਵੇਖੋਗੇ ਤਾਂ 1 ਸਾਲ ਦੀ 12,000 ਕਰੋੜ ਰੁਪਈਆ। 2000 ਕਿੱਥੋਂ ਲਿਆਉਂਗੇ ਹੋਰ? ਉਹ ਤੁਸੀਂ ਫੇਰ ਬੋਰੋ ਕਰੋਗੇ। ਬੋਰੋ ਕਰੋ। ਅੱਛਾ ਫਿਰ ਅੱਗੇ ਆ ਜੋ 300 ਯੂਨਿਟ ਮੁਫਤ ਜੀ 14,500 ਕਰੋੜ ਰੁਪਈਆ ਪਾਵਰਕਾਮ ਦਾ ਬਕਾਇਆ ਹੈ ਸਬਸਿਡੀਆਂ ਦਾ। ਬਿਲਕੁਲ ਪਿਆ 14,500 ਕਰੋੜ ਰੁਪਈਆ ਜੀ। ਗਨ ਲੱਗੀ ਤੇ ਮੇਰੇ ਖਿਆਲ ਦੇ ਨਾਲ ਇੱਕ ਪਿੰਡ ਵੀ ਲਾ ਦਈਏ ਤੇ 2 ਘੰਟੇ ਲੱਗ ਜਾਣੇ ਆ, 3 ਘੰਟੇ ਲੱਗ ਜਾਣੇ, ਜ਼ਿਆਦਾ ਟਾਈਮ ਹੀ ਲੱਗ ਜਾਣਾ, ਹੱਥ ਨਹੀਂ ਹੋ ਜਾਣੀ ਆ। ਅੱਛਾ ਉਹ ਬਕਾਇਆ ਪਿਆ ਵਾ। ਉੱਤੋਂ ਇਹਨਾਂ ਨੇ ਆ ਡਿਫਾਲਟਰਾਂ ਦਾ ਮਾਫ ਕਰ ਦਿੱਤਾ। ਮਾਫ ਕਰਨਾ ਜੀ ਡਿਫਾਲਟਰਾਂ ਦਾ ਜਿਹੜਾ ਮਾਫ ਕੀਤਾ 250 ਡਿਫਾਲਟਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ। ਵੇਖੋ ਹੁਣ ਪਾਲਿਸੀਆਂ ਦੇ ਵਿਜ਼ਨ ਦੇਖੋ। ਠੀਕ ਹੈ। ਡਿਫਾਲਟਰਾਂ ਦਾ ਬਕਾਇਆ ਮਾਫ ਕੀਤਾ ਚੰਨੀ ਸਾਹਿਬ ਨੇ। 250 ਡਿਫਾਲਟਰ ਇਸ ਤਰ੍ਹਾਂ ਦਾ ਹੈ ਜਿਹਦਾ 5 ਲੱਖ ਤੋਂ ਉੱਤੇ ਦਾ ਬਕਾਇਆ। ਹੁਣ 5 ਲੱਖ ਗਰੀਬ ਦਾ ਨਹੀਂ ਬਣਦਾ, ਨਹੀਂ ਬਣਦਾ, ਮਿਡਲ ਕਲਾਸ ਦਾ ਨਹੀਂ ਬਣਦਾ, ਔਰ ਨਾ ਹੀ ਇੰਨੀ ਰਹਿਤ ਦਿੰਦਾ ਪਾਵਰਕਾਮ। ਅਗਲਾ ਮੀਟਰ ਟੰਗ ਕੇ ਟੁੱਟੇ ਜੇ ਸਾਈਕਲ ਤੇ ਆਉ ਗਿਆ। ਅੱਜ ਕੱਲ ਸਾਈਕਲ ਨਹੀਂ ਮੋਟਰਸਾਈਕਲ ਕੂੰ ਕਰਦੇ ਨਿਕਲ ਜਾਂਦੇ ਆ। ਜੀ ਬਿਲਕੁਲ। ਉਹ ਕੌਣ ਸੀਗੇ? ਮਾਤਰ ਤਾਂ 20,000 ਵੀ 10,000 ਸਮਥਿੰਗ ਉਹ ਡਿਫਾਲਟਰ ਆ ਜਿਨ੍ਹਾਂ ਦਾ 1,00,000 2 ਲੱਖ ਤੋਂ ਉੱਤੇ ਆ। ਅਰੇ ਵਾਹ। ਮਤਲਬ ਕਿ ਸਾਰੇ VIP ਸਾਰੇ ਵੀ ਇੱਕੋ ਝਟਕੇ 'ਚ ਇਹਨਾਂ ਦਾ ਮਾਫ ਕਰ ਦਿੱਤਾ 1,500 ਕਰੋੜ ਰੁਪਈਆ। ਤਾਂ ਵਧਾਈ ਕੇ ਦੱਸੀ ਦੇ ਸੀ ਜਿਹੜੇ। ਹਾਂਜੀ ਹਾਂਜੀ ਤੁਹਾਡੇ ਸਾਹਮਣੇ ਸਿੱਧੂ ਸਾਹਿਬ ਦਾ ਬਕਾਇਆ ਸੀ। ਅੱਛਾ ਸਿੱਧੂ ਸਾਹਿਬ ਦਾ 17 ਲੱਖ ਸੀ, ਵਿੱਚੋਂ ਕੁਝ ਭਰਤਾ, 5-6 ਲੱਖ ਬਾਕੀ ਤੇ ਬਕਾਇਆ ਹੀ ਸੀਗਾ। ਅਰੇ ਵਾਹ। ਠੀਕ ਹੈ। ਘਾਟਾ ਸਮਝੋ। ਠੀਕ ਹੈ ਜੀ। ਹਾਂਜੀ ਮਤਲਬ ਕਿ ਜਿੱਦਾਂ ਕਹਿ ਲਓ ਕਿ ਹਿੰਗ ਲੱਗੇ ਨਾ ਫਟਕੜੀ, ਰੰਗ ਚੋਖੇ ਦਾ ਚੋਖਾ। ਰਹਿਤਾ ਤੁਹਾਨੂੰ ਲੜਾ ਰਹੇ ਆ, ਇਹ ਮੁਫਤ ਜਾ ਰਿਹਾ, ਇਹ ਫਲਾਂ ਕਲਿਆਣ ਕਿਹਦਾ ਹੋ ਰਿਹਾ ਮੈਨੂੰ ਦੱਸੋ? ਕਲਿਆਣ ਤਾਂ VIPs ਦਾ ਹੋ ਰਿਹਾ। ਅੱਛਾ ਥੋੜੇ ਮੁੱਠੀ ਭਰ ਸਾਡੇ ਜ਼ਿਮੀਦਾਰ ਵੱਡੇ ਨੇ ਪੰਜਾਬ ਦੇ ਵਿੱਚ, ਮੁੱਠੀ ਭਰ 1,80,000 ਕਨੈਕਸ਼ਨ ਕੱਲਿਆਂ ਦਾ ਮੋਟਰਾਂ ਦਾ। ਠੀਕ ਹੈ। ਵਾਹ। ਵੱਡੇ ਜ਼ਿਮੀਦਾਰਾਂ ਜੀ, ਵੱਡੇ ਜ਼ਿਮੀਦਾਰਾਂ ਦਾ ਜਿਹੜਾ ਤੁਸੀਂ ਫਿਗਰ ਦੇਖੋਗੇ ਟਿਊਬਲਾਂ ਦਾ, ਉਹ 1,80,000 ਹੈ, ਕੁੱਲ 13 ਲੱਖ ਹੈ ਜੀ। ਅੱਛਾ ਉਹਦੇ ਚ ਦਰਮਿਆਨਾ ਆ ਗਿਆ ਪੰਜਾਬ ਵੀ ਹੈ। ਹਾਂਜੀ ਸਰ ਆ ਗਿਆ। ਮੁੱਠੀ ਭਰ ਜ਼ਿਮੀਦਾਰਾਂ ਦਾ 2 ਲੱਖ ਦੇ ਨੇੜੇ। 2 ਲੱਖ ਦੇ ਨੇੜੇ। ਜਿਆਦਾ ਸਬਸਿਡੀ ਕੌਣ ਲੈ ਰਿਹਾ? ਵੱਡੇ ਘਰ ਤੇ ਜਿਹੜੇ ਭਰਨ ਦੀ ਸਮਰੱਥਾ ਰੱਖਦੇ ਆ। ਸੋ ਪਾਲਿਸੀਆਂ ਦੇ ਵਿਜ਼ਨ ਦੇਖ ਲਓ ਨਾ ਤੁਸੀਂ ਕਿ 1,500 ਕਰੋੜ ਰੁਪਈਆ ਉਹ ਵੀ ਪਾਤਾ ਜੀ। ਅੱਛਾ ਬਿਜਲੀ ਸਸਤੀ ਹੋਈ, ਉਹ ਵੀ ਪੈ ਗਿਆ। ਤਾਂ ਕੁੱਲ ਮਿਲਾ ਕੇ ਜੇ ਤੁਸੀਂ ਦੇਖੋਗੇ, ਹੁਣ ਆਪਾਂ ਕੇਜਰੀਵਾਲ ਸਾਹਿਬ ਦੀ ਉਹ ਗੱਲ ਕਰ ਲਈਏ ਜੀ, ਜਿਸ ਹਿਸਾਬ ਨਾਲ 300 ਪਰ ਯੂਨਿਟ ਖਪਤਕਾਰ ਨੂੰ ਕਹਿਣਗੇ ਕਿ ਅਸੀਂ ਮਾਫ ਕੀਤੀ ਆ ਤੁਹਾਡੀ, ਤਾਂ ਮੈਨੂੰ ਲੱਗਦਾ ਕਿ 1 ਮਹੀਨੇ ਦਾ ਹੀ ਘੱਟੋ ਘੱਟ 10,000 ਕਰੋੜ ਰੁਪਈਆ ਜਾਏਗਾ। ਠੀਕ ਹੈ। ਜਾਏਗਾ ਜੀ। 1 ਮਹੀਨੇ ਦਾ ਐਕਸਟਰਾ 24,000 ਕਰੋੜ ਰੁਪਏ ਦਾ ਫਿਸਕਲ ਡੈਫਿਸਿਟ ਹੈ ਅੱਜ ਆ। ਉੱਤੋਂ ਇਹਨਾਂ ਯੋਜਨਾਵਾਂ ਦਾ ਬੋਝ। ਸਾਨੂੰ ਕੋਈ ਰੋਡ ਮੈਪ ਤੇ ਦੱਸੇ ਨਾ ਲੀਡਰ ਕਿ ਪੈਸਾ ਕਿੱਥੋਂ ਅਸੀਂ ਕੱਢ ਲਵਾਂਗੇ, ਪਰ ਕੀ ਗਰੰਟੀ ਹੈ ਕਿ ਕੱਢਿਆ ਹੀ ਜਾਊਗਾ? ਗਰੰਟੀਆਂ ਤਾਂ ਦੇ ਰਹੇ ਹੋ। ਠੀਕ ਹੈ ਨਾ ਜੀ ਜੀ। ਕੋਈ ਠੋਸ ਵਿਜ਼ਨ ਲੈ ਕੇ ਆਓ ਯਾਰ ਕਿ ਅਸੀਂ ਕਿਸ ਤਰ੍ਹਾਂ ਪੈਸਾ ਪੈਦਾ ਕਰ ਸਕਦੇ ਹਾਂ ਜੀ। ਬਿਲਕੁਲ। ਇਹ ਮੈਂ ਕਿਸੇ ਇੱਕ ਲੀਡਰ ਦੀ ਨਹੀਂ ਗੱਲ ਕਰ ਰਿਹਾ, ਕਿਉਂਕਿ ਹੁਣ ਦੇਖੋ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਵੀ ਤੇ ਐਲਾਨ ਕਰੀ ਬੈਠੇ ਆ। ਹਾਂਜੀ ਉਹ ਵੀ, ਚੰਨੀ ਜੀ ਵੀ ਕਰੀ ਜਾਂਦੇ ਆ, ਉਹ ਤਾਂ ਆ ਵੀ ਦੇਤਾ ਆ ਵੀ ਦੇਤਾ। ਹੁਣ ਉਹਨਾਂ ਦੇ ਆਪਣੇ ਹੀ ਪ੍ਰਧਾਨ ਜਿਹੜੇ ਆ ਸਵਾਲਾਤ ਕਰਦੇ ਆ ਕਿ ਕਿੱਥੋਂ ਲਿਆਉਂਗੇ। ਇਹ ਬੜੀਆਂ ਵੱਡੀਆਂ ਗੱਲਾਂ ਨੇ। ਅਸੀਂ ਪੰਜਾਬ ਦੀ ਇਕਨੋਮੀ ਜੇ ਦੇਖੀਏ ਤਾਂ ਬਦਹਾਲ ਹੈ ਇਸ ਟਾਈਮ ਬਦਹਾਲ ਹੈ। ਹੁਣ ਦੇਖੋਗੇ ਤਾਂ ਤੁਸੀਂ ਸਾਡੀ ਇਕਨੋਮੀ ਜਿਹੜੀ ਆ ਉਹ 27% ਘੁੰਮਦੀ ਆ ਖੇਤੀਬਾੜੀ ਦੀ ਧੁਰੀ ਤੇ। ਮਤਲਬ ਕਿ 27% ਸਾਡਾ ਕੰਟਰੀਬਿਊਸ਼ਨ ਜਿਹੜਾ GDP ਦੇ ਵਿੱਚ ਉਹ ਖੇਤੀ ਦਾ ਇਕੱਲੇ ਦਾ, ਤੇ ਲਾ ਲਓ ਕਿ 23-24% ਆ ਗਿਆ ਮੈਨੂਫੈਕਚਰਿੰਗ ਦਾ, ਬਾਕੀ ਸਰਵਿਸ ਸੈਂਟਰ ਆ। ਹੁਣ ਰੌਲਾ ਇਹੀ ਪੈਂਦਾ ਕਿ ਜਿਹੜਾ ਸਾਡਾ ਹੈਗਾ 50% ਕੱਲਾ ਸਰਵਿਸ ਸੈਕਟਰ ਆ, ਉਹ ਕਿਸ ਤਰ੍ਹਾਂ ਸਾਡੀ ਇਕਨੋਮੀ ਦਾ ਬੋਝ ਢੋ ਸਕਦਾ। ਕੋਵਿਡ 'ਚ ਤੁਸੀਂ ਦੇਖਿਆ ਸਰਵਿਸ 'ਚ ਕੀ ਆ ਜਾਂਦਾ ਹੈ। ਤੁਸੀਂ ਇੱਕ ਹੋਟਲ 'ਚ ਰਹੇ ਹੋ, ਉਹਨਾਂ ਤੁਹਾਨੂੰ ਸਰਵਿਸ ਦਿੱਤੀ ਹੈ, ਚਾਰਜ ਕੀਤਾ, ਉਹ ਕੀ ਆ ਗਿਆ? ਸਰਵਿਸ ਸੈਕਟਰ। ਠੀਕ ਹੈ ਜੀ। ਜੇ ਕਿਸੇ ਸੈਲੂਨ 'ਚ ਗਏ ਹੋ, ਪ੍ਰਵੀਨ ਜੀ ਨੇ ਉਹ ਜਿੱਦਾਂ ਕਰਵਾਉਂਦੇ ਹੁੰਦੇ ਆ ਹਨਾ, ਮਾਰ ਕੇ ਉਹ ਕਰੀਮ ਜੀ ਤੇ ਚੰਗਾ ਗੋਰਾ ਕੱਢ ਦਿੱਤਾ, ਉਹਨਾਂ ਨੇ ਸਰਵਿਸ ਦਿੱਤੀ, ਤੁਹਾਡੇ ਤੋਂ ਚਾਰਜ ਲਿਆ, ਉਹ ਹੋ ਗਿਆ ਸਰਵਿਸ ਸੈਕਟਰ। ਉਹ ਕੱਲਾ 50% ਹੈ।
ਸਾਡੀ ਇਕਨੋਮੀ 'ਚ। ਅੱਛਾ, ਹੁਣ ਤੁਸੀਂ ਦੇਖਿਆ ਹੀ ਹੈ ਨਾ ਕੋਵਿਡ ਦੇ ਵਿੱਚ ਉਹਦਾ ਕੀ ਹਾਲ ਹੋਇਆ ਸੀ, ਬੰਦ ਪਈ ਸੀ ਸਰਵਿਸ। ਤਾਂ ਸਾਡੀ ਜਿਹੜੀ ਖੇਤੀ ਵਾਲੀ ਇਕਨੋਮੀ ਇਹਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਉਹਨੂੰ ਕਿਵੇਂ ਕੀਤਾ ਜਾ ਸਕਦਾ ਉਹ ਦੱਸੋ। ਸਹੀ, ਜਿੱਥੋਂ ਪੈਸਾ ਜ਼ਿਆਦਾ ਨਿਕਲੇ। ਖੇਤੀ ਦੇ ਨਾਲ ਹੀ ਅਸੀਂ ਇਹੋ ਜਿਹਾ ਉਦਯੋਗ ਲੈ ਕੇ ਆਈਏ ਕਿ ਸਾਡੀ ਮੈਨੂਫੈਕਚਰਿੰਗ ਪਾਵਰ ਵੀ ਜਿਹੜੀ ਵਧੇ। ਉਹਦੇ ਲਈ ਕੀ ਹੋਣਾ ਚਾਹੀਦਾ ਹੈ, ਕਿਉਂਕਿ ਸਰਵਿਸ ਸੈਕਟਰ ਤਾਂ ਆਪਣੇ ਆਪ ਹੀ ਵੱਧਦਾ ਜਾਂਦਾ ਹੁੰਦਾ ਜਿਵੇਂ ਜਿਵੇਂ ਤੁਹਾਡੇ ਕੋਲ ਪੈਸਾ ਵਧੇਗਾ ਜੀ, ਜਿਵੇਂ ਜਿਵੇਂ ਤੁਹਾਡੀਆਂ ਦੋ ਇਕਨੋਮੀਆਂ ਦੇ ਜੇ ਦੇਖੀਏ ਤਾਂ ਕੰਟਰੀਬਿਊਸ਼ਨਸ ਵਧਣਗੀਆਂ ਨਾ, ਉਵੇਂ ਉਵੇਂ ਸਰਵਿਸ ਸੈਕਟਰ ਵੱਧ ਜਾਣਾ ਆਪਣੇ ਆਪ, ਉਹਦਾ ਵਧੀਆ ਵਧਣਾ ਹੀ ਵਧਣਾ। ਸੋ ਕਹਿਣ ਦਾ ਭਾਵ ਇਹੋ, ਹਾਂਜੀ ਪੂਰਕ ਨੇ, ਤਿੰਨੇ ਪੂਰਕ ਨੇ ਨਾ, ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹਦੇ ਵਾਸਤੇ ਕੀ ਵਿਜ਼ਨ ਆ ਕਿ ਸਾਡੀ ਜਿਹੜੀ ਇਕਨੋਮੀ ਜਿਹਦੀ ਬੈਕਬੋਨ ਖੇਤੀ ਆ, ਕਿਉਂਕਿ ਬਹੁਤ ਵੱਡੀ ਵਸੋਂ ਜਿਹੜੀ ਆ ਉਹ ਇਹਦੇ ਚ, ਇਸ ਸੈਕਟਰ ਚ ਇਨਵੋਲਵ ਆ, ਇਹਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ। ਇਹਦੇ ਤੇ ਕੋਈ ਚਰਚਾ ਨਹੀਂ ਹੈ, ਇਹਦੇ ਤੇ ਕੋਈ ਵਿਜ਼ਨ ਨਹੀਂ ਆ ਰਿਹਾ। ਸੋ ਰੌਲਾ ਇਹ ਹੈ ਕਿ ਐਲਾਨ ਹੀ ਐਲਾਨ ਹੋ ਰਹੇ ਆ। ਮੇਰੇ ਖਿਆਲ ਦੇ ਨਾਲ ਟਾਈਮ ਤੁਹਾਡਾ ਖਾਸਾ ਹੋ ਗਿਆ, ਚਲੋ ਜੇ ਕੋਈ ਸਵਾਲ ਹੈ ਤੇ ਜਾਂਦੇ ਜਾਂਦੇ ਇੱਕ ਛੋਟੇ ਸਵਾਲ ਤੇ ਚਰਚਾ। ਤੁਸੀਂ ਮੈਨੂੰ ਤੁਹਾਡੀ ਗੱਲ ਯਾਦ ਰਹਿੰਦੀ ਹੈ ਕਿ ਮੈਂ ਕੋਈ ਵੱਡਾ ਸ਼ਾਸਤਰੀ ਤਾਂ ਨਹੀਂ ਹੈ ਕਿ ਤੁਸੀਂ ਲੋਕਾਂ ਨੂੰ ਸਮਰੱਥ ਕਰੋ ਪਾਲਿਸੀਆਂ ਦੇ ਨਾਲ ਕਿ ਲੋਕ ਖਰੀਦ ਸ਼ਕਤੀ, ਬਿਲਕੁਲ ਬਿਲਕੁਲ ਡਿਗਨਿਟੀ ਨਾ ਮੁਫਤਖੋਰੀ ਕਰੇ। ਹੁਣ ਆਪਾਂ ਦੇਖੋ ਪ੍ਰਵੀਨ ਜੀ, ਅਨਐਮਪਲੋਇਮੈਂਟ ਸਾਡੇ 11% ਜੀ, 11.5% ਅਨਐਮਪਲੋਇਮੈਂਟ। ਹਾਂਜੀ, ਤੁਸੀਂ ਇੰਪਲੋਇਮੈਂਟ ਜਨਰੇਟ ਕਰੋ ਤਾਂ ਇਹ ਬੰਦੇ ਜਿਹੜੇ ਆ ਉਹ ਫਿਰ ਤੁਹਾਡੀਆਂ ਸਹੂਲਤਾਂ ਦੇ ਪਾਤਰ ਹੋਣ ਦੀ ਥਾਂ ਤੇ ਤੁਹਾਡੇ ਐਸੈਟ ਬਣ ਜਾਣਗੇ। ਐਸੈਟ ਬਣਨਗੇ ਜੀ, ਇਹੀ ਮੈਂ ਕਹਿ ਰਿਹਾ, ਇਹ ਸਰਵਿਸ ਸੈਕਟਰ ਨੂੰ ਹੀ ਜਾਏਗਾ ਨਾ। ਬਿਲਕੁਲ ਬਿਲਕੁਲ ਬਿਲਕੁਲ। ਪਰਚੇਜ਼ਿੰਗ ਪਾਵਰ ਜਿਹੜੀ ਹੈ ਉਹ ਤੁਸੀਂ ਕਿਸੇ ਨੂੰ ਜੇ ਮੁਹਤਾਜ ਰੱਖੋਗੇ ਤੇ ਉਹਨੂੰ ਭਾਵੇਂ ਸਦਾ ਲਈ ਰੱਖ ਲਓ, ਚਾਹੇ 10 ਸਾਲ ਲਈ ਰੱਖ ਲਓ, ਪਰ ਜੇ ਤੁਸੀਂ ਉਹਨੂੰ ਲੱਗਦੇ ਹੱਥ ਨੌਕਰੀ ਦੇ ਦੋਗੇ, ਮੈਂ ਕਹਿੰਦਾ ਗਰੰਟੀਆਂ ਤੁਸੀਂ ਠੋਕਣ ਰਹੇ ਹੋ, ਇੱਕ ਰੁਜ਼ਗਾਰ ਗਰੰਟੀ ਵੀ ਦਿਓ ਨਾ ਕਿ ਭਾਈ ਜਿਸ ਬੰਦੇ ਦੀ ਜਿਸ ਤਰ੍ਹਾਂ ਦੀ ਕੁਆਲੀਫਿਕੇਸ਼ਨ ਹੋਊਗੀ ਉਸ ਤਰ੍ਹਾਂ ਦਾ ਉਹਨੂੰ ਰੁਜ਼ਗਾਰ ਪ੍ਰਾਈਵੇਟ ਸੈਕਟਰ 'ਚ ਜਾਂ ਸਰਕਾਰੀ ਸੈਕਟਰ 'ਚ ਅਸੀਂ ਦੇਵਾਂਗੇ। ਜੀ ਬਿਲਕੁਲ। ਤੁਸੀਂ ਕਹਿੰਦੇ ਹੋ ਅਸੀਂ ਲੋਨ ਦੇਵਾਂਗੇ ਕਿ ਬਾਹਰ ਨਿਕਲ ਜਾਓ, ਬੇਰੁਜ਼ਗਾਰੀ ਭੱਤਾ ਕਮਾਲ, ਮਤਲਬ ਕਿ ਉਹਦੀ ਗਰੰਟੀ ਦੇ ਰਹੇ ਹੋ, ਉਹਦੀ ਗਰੰਟੀ ਦੇ ਰਹੇ ਹੋ ਬੇਰੁਜ਼ਗਾਰੀ ਭੱਤੇ ਦੀ, ਤੇ ਰੁਜ਼ਗਾਰ ਦੀ ਗਰੰਟੀ ਨਹੀਂ ਦੇ ਰਹੇ। ਆਹੀ ਉਹੀ ਹੈ ਨਾ ਕਿ ਤੁਸੀਂ ਉਹਨਾਂ ਨੂੰ ਜਿਹੜੇ ਮੁਹਤਾਜ ਨੇ ਉਹਨਾਂ ਨੂੰ ਐਸੈਟ 'ਚ ਬਦਲੋ। ਹਾਂਜੀ, ਤੁਹਾਡਾ ਉਹ ਐਸੈਟ ਬਣ ਜਾਣ ਕਿ ਉਹ ਤੁਹਾਨੂੰ ਦੇ ਰਹੇ ਨੇ। ਫਿਰ ਜਿਹੜਾ ਕੋਈ ਰਹਿ ਗਿਆ, ਕੋਈ ਬਜ਼ੁਰਗ ਰਹਿ ਗਿਆ, ਕੋਈ ਅੰਗਹੀਣ ਰਹਿ ਗਿਆ, ਕੋਈ ਮਤਲਬ ਕਿ ਹੋਰ ਇਸ ਤਰ੍ਹਾਂ ਕੋਈ ਪਛੜਿਆ ਵਰਗ ਰਹਿ ਗਿਆ, ਉਹਦਾ ਕਲਿਆਣ ਕਰੋ ਰੱਜ ਜੀ। ਬਿਲਕੁਲ। ਤੇ ਜਿਹੜਾ ਕਾਮਨ ਮੈਨ ਆ ਉਹਦੇ ਵਾਸਤੇ ਇੱਕ ਵਧੀਆ ਮਾਹੌਲ ਹੋਵੇ ਅੱਗੇ ਵਧਣ ਦਾ, ਜ਼ਿੰਦਗੀ ਜਿਉਣ ਦਾ। ਸਾਡੇ ਤੇ ਇੰਡੈਕਸ ਵੀ ਚੱਕ ਲਓ, ਵੈਸੇ ਜਿਵੇਂ ਇੰਟਰਨੈਸ਼ਨਲ ਇੰਡੈਕਸ ਹੁੰਦੇ ਆ ਨਾ, ਜੇ ਤੁਸੀਂ ਸਾਡੇ ਆਪਣੇ ਇੰਡੀਆ ਦੇ ਇੰਡੈਕਸ ਚੱਕੋਗੇ ਤਾਂ ਉਹਦੇ ਵਿੱਚ ਵੀ ਪੰਜਾਬ ਦੀ ਠੀਕ ਆ, ਕੁਝ ਥਾਵਾਂ ਤੇ ਤੁਹਾਨੂੰ ਸਥਿਤੀ ਜਿਹੜੀ ਆ ਖੁਸ਼ਗਵਾਰ ਨਜ਼ਰ ਆਏਗੀ, ਪਰ ਬਹੁਤੀਆਂ ਥਾਵਾਂ ਤੇ ਅਸੀਂ ਬਹੁਤ ਗਮਗੀਨ ਸਥਾਨ ਤੇ ਹੁੰਦੇ ਹਾਂ, ਬਹੁਤ ਗਮਗੀਨ ਸਥਾਨ ਤੇ ਹੁੰਦੇ ਆ। ਮੈਂ ਤੁਹਾਨੂੰ ਦੱਸ ਦਿੰਦਾ, ਹਿਊਮਨ ਡਿਵੈਲਪਮੈਂਟ ਇੰਡੈਕਸ ਇੱਕ ਹੈਗਾ ਜਿੱਥੇ ਪਤਾ ਲੱਗਦਾ ਹੈ ਕਿ ਤੁਹਾਡਾ ਮਨੁੱਖੀ ਵਿਕਾਸ ਕਿਸ ਤਰ੍ਹਾਂ ਦਾ ਹੈ, ਸ਼ਖਸੀਅਤ ਸਾਰੀ ਕਿੰਨੀ ਕੁ ਵਧੀਆ ਸ਼ਾਨਦਾਰ ਹੈ। ਨਹੀਂ, ਤੁਸੀਂ ਜੀਵਨ ਸ਼ੈਲੀ ਜਿਹੜੀ ਕਿਸ ਪੱਧਰ ਦੀ ਜਿਉਂਦੇ ਹੋ, ਠੀਕ ਹੈ ਹਨਾ, ਤਾਂ ਉਹਦੇ ਵਿੱਚ ਸਾਡਾ 9th ਰੈਂਕ ਹੈ। ਉਹ ਅੱਛਾ, 9th ਰੈਂਕ ਹੈ ਜੀ। ਹਿਸਾਬ ਲਾ ਲਓ ਕਿ ਪੰਜਾਬ ਨੂੰ ਆਪਾਂ ਕਹਿੰਦੇ ਆ ਕਿ ਇੱਕ ਸਮਰਿੱਧ ਸੂਬਾ ਆ, ਖੁਸ਼ਹਾਲ ਸੂਬਾ ਹੈ, ਪਰ ਸਾਡਾ ਜਿਹੜਾ ਰਹਿਣ ਸਹਿਣ ਹੈ, ਜੀਵਨ ਸ਼ੈਲੀ ਆ, 9ਵੇਂ ਦਰਜੇ ਦੀ। ਔਰ ਇੱਕ ਤੁਹਾਨੂੰ ਹੋਰ ਦੱਸਾਂ ਮੈਂ ਕਿ ਅਸੀਂ ਦੇਖੋ, ਮੈਂ ਪੜ੍ਹ ਰਿਹਾ ਸੀਗਾ, ਇਕਨੋਮੀ ਦੇ ਵਿੱਚੋਂ ਹੀ ਨਿਕਲਿਆ ਕਿ ਇੰਡੀਅਨ ਲੋਕਾਂ ਦੀ ਉਮਰ ਵਧਣੀ ਸਟਾਰਟ ਹੋਈ ਪਿਛਲੇ 20-30 ਸਾਲਾਂ ਤੋਂ। ਐਵਰੇਜ ਉਮਰ ਜਿਹੜੀ ਹੁੰਦੀ ਹੈ 69 ਤੋਂ 71 ਗਈ ਹੈ, ਪਰ ਪੰਜਾਬ ਵਾਲਿਆਂ ਦੀ ਉਮਰ ਬਹੁਤ ਸਲੋ ਵਧ ਰਹੀ ਹੈ ਜੀ। ਇਹਦਾ ਮਤਲਬ ਹੈ ਕਿ ਅਸੀਂ ਸਿਹਤ ਪੱਖੋਂ ਵੀ ਨਕਾਰੇ ਹੋ ਥੋੜੇ ਨਿਗਾਰ ਚ, ਹਾਂਜੀ ਨਿਗਾਰ ਦੇ ਵਿੱਚ। ਸੋ ਬਿਲਕੁਲ ਤੁਹਾਡੀ ਗੱਲ ਮੈਂ ਕਹੂੰਗਾ ਕਿ ਅੰਤ ਦੇ ਵਿੱਚ ਬੜੀ ਸ਼ਾਨਦਾਰ ਸੀ, ਕਾਬਲੇ ਤਾਰੀਫ ਸੀ ਕਿ ਤੁਸੀਂ ਆਪਣੇ ਨਾਗਰਿਕਾਂ ਨੂੰ ਐਸੈਟ ਬਣਾਓ। ਜਿਹੜੇ ਰਿਟਾਇਰ ਲੋਕ ਨੇ, ਜਿਹੜੇ ਕੁਛ ਜ਼ਿੰਦਗੀ 'ਚ ਨਹੀਂ ਕਰ ਸਕਦੇ, ਅਨਪੜ੍ਹ ਕਰ ਸਕਦੇ, ਗਰੀਬ ਤਬਕੇ ਵਾਲੇ ਕੁਛ ਨਹੀਂ ਅੱਗੇ ਵੱਧ ਸਕਦੇ, ਉਹਨਾਂ ਕਲਿਆਣ ਵਾਸਤੇ ਸਿੱਖਿਆ ਵੀ ਦਿਓ, ਸਿਹਤ ਵੀ ਦਿਓ, ਜੋ ਦੇ ਸਕਦੇ ਦਿਓ। ਪਰ ਜਿਨ੍ਹਾਂ ਨੂੰ ਨੌਕਰੀ ਦੀ ਜ਼ਰੂਰਤ ਆ, ਕੰਮ ਕਰਨਾ ਚਾਹੁੰਦੇ ਆ, ਉਹਨਾਂ ਨੂੰ ਤੇ ਰੁਜ਼ਗਾਰ ਦੀ ਗਰੰਟੀ ਦਿਓ ਨਾ। ਕੋਈ ਤੇ ਨਿਤਰੋ ਇੰਨਿਆਂ ਚੋਂ ਸੂਰਮਾ ਜੀ। ਬਿਲਕੁਲ ਮਿੱਟੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਨੂੰ ਪੂਰੀ ਉਮੀਦ ਹੈ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਜੇਕਰ ਤੁਸੀਂ ਪ੍ਰੋਗਰਾਮ ਨੂੰ ਦੇਖ ਰਹੇ ਹੋ ਤਾਂ ਇਹਨੂੰ ਸ਼ੇਅਰ ਕਰਨ ਵੇਲੇ ਇੱਕ ਗੱਲ ਜ਼ਰੂਰ ਸੋਚਿਓ। ਗੱਲ ਇਹ ਹੈ ਕਿ ਬੇਰੁਜ਼ਗਾਰੀ ਭੱਤਾ ਲੈਣਾ ਤੁਹਾਡੀ ਪਹਿਲ ਹੈ, ਤੁਹਾਡੀ ਪ੍ਰੈਫਰੈਂਸ ਹੈ। ਤੁਸੀਂ ਤਰਸ ਦੇ ਆਧਾਰ ਤੇ ਪਾਤਰ ਬਣ ਕੇ ਕੁਝ ਕੁ 100 ਰੁਪਏ ਲੈਣਾ ਚਾਹੁੰਦੇ ਹੋ, ਜਾਂ
ਸਰਕਾਰਾਂ, ਆਗੂਆਂ, ਲੀਡਰਾਂ ਨੂੰ ਇਸ ਗੱਲ ਤੇ ਲਿਆਉਣਾ ਚਾਹੁੰਦੇ ਹੋ ਕਿ ਸਾਡੇ ਲਈ ਰੁਜ਼ਗਾਰ ਪੈਦਾ ਕਰੋ। ਅਸੀਂ ਆਪਦੀ ਡਿਗਨਿਟੀ ਨੂੰ ਪ੍ਰਭਾਵਿਤ ਨਹੀਂ ਹੋਣ ਦਿਆਂਗੇ। ਅਸੀਂ ਤਰਸ ਦੇ ਪਾਤਰ ਨਹੀਂ ਹੈ, ਅਸੀਂ ਨਿਰਮਾਣ ਕਰਨ ਵਾਲੇ ਲੋਕ ਹਾਂ, ਅਸੀਂ ਦੂਜਿਆਂ ਨੂੰ ਵੰਡਣ ਵਾਲੇ ਲੋਕ ਹੈ, ਅਸੀਂ ਸਮਰੱਥ ਲੋਕ ਹਾਂ। ਸੋ ਅੱਜ ਦੀ ਇਹ ਚਰਚਾ ਪੰਜਾਬ ਦੇ ਖਜ਼ਾਨੇ, ਪੰਜਾਬ ਦੇ ਵਸੀਲਿਆਂ ਦੇ ਲਿਹਾਜ਼ ਤੋਂ ਸੀ। ਸਰਕਾਰਾਂ ਬੇਸ਼ੱਕ ਕਲਿਆਣਕਾਰੀ ਹੋਣੀਆਂ ਚਾਹੀਦੀਆਂ ਨੇ, ਪਰ ਕਲਿਆਣਕਾਰੀ ਰਾਜ ਦਾ ਸਿਆਸਤਦਾਨ ਨਹੀਂ, ਕਲਿਆਣਕਾਰੀ ਰਾਜ ਦਾ ਖਜ਼ਾਨਾ ਹੋਣਾ ਚਾਹੀਦਾ, ਉਹ ਵੀ ਭਰਿਆ ਹੋਵੇ। ਭਰਨਾ ਕਿਵੇਂ ਹੈ? ਜਿਹੜੇ ਅਗਾਊਂ ਲੋਕ ਨੇ, ਸਾਡੇ ਅੱਗੇ ਲੱਗੇ ਲੋਕ ਨੇ, ਜਿਹੜੇ ਸਰਕਾਰਾਂ ਨੂੰ ਚਲਾਉਣ ਵਾਲੇ ਨੇ, ਜਿਨ੍ਹਾਂ ਦੀ ਪਰਫਾਰਮੈਂਸ ਤੁਸੀਂ ਦੇਖੀ ਹੈ। ਅਗਲੀ ਵਾਰੀ ਫਿਰ ਮੁਲਾਕਾਤ ਹੋਏਗੀ, ਕਿਸੇ ਸ਼ਾਨਦਾਰ ਟੌਪਿਕ ਨੂੰ ਲੈ ਕੇ ਚਰਚਾ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।